ਹੈਲੋ एवरीवन ਵੈਲਕਮ ਟੂ ਸੰਦੀਪ ਖੋਖਰ ਲਰਨਿੰਗਸ। ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਸੋ ਅੱਜ ਦੇ ਇਸ ਲੈਕਚਰ ਦੇ ਵਿੱਚ ਆਪਾਂ ਜੀਐਸਟੀ ਐਂਡ ਫਾਈਨੈਂਸ ਕਮਿਸ਼ਨ ਦਾ ਟੌਪਿਕ ਡਿਸਕਸ ਕਰਾਂਗੇ ਜੀ। ਜੀਐਸਟੀ ਐਂਡ ਫਾਈਨੈਂਸ ਕਮਿਸ਼ਨ ਦਾ ਟੌਪਿਕ ਤੁਹਾਡੇ ਆਉਣ ਵਾਲੇ ਪੇਪਰ ਲਾਈਕ ਕਿ ਪੰਜਾਬ ਪੀਸੀਐਸ ਜਾਂ ਨੀਅਰ ਫਿਊਚਰ ਜੋ ਨਾਇਬ ਤਹਿਸੀਲਦਾਰ ਦੀ ਰਿਕਰੂਟਮੈਂਟ ਆਊਗੀ ਜਾਂ ਪੀਪੀਐਸਸੀ ਦੇ ਅਦਰ ਜਿਹੜੇ ਪੇਪਰ ਹੈਗੇ ਨੇ ਉਹਨਾਂ ਲਈ ਬਹੁਤ ਇੰਪੋਰਟੈਂਟ ਟੌਪਿਕ ਹੈਗਾ। ਤੁਸੀਂ ਜੀਐਸਟੀ ਐਂਡ ਫਾਈਨੈਂਸ ਕਮਿਸ਼ਨ ਦੇ ਵਿੱਚੋਂ ਇਹਨਾਂ ਆਉਣ ਵਾਲੇ ਪੇਪਰਾਂ ਦੇ ਕੁਐਸਚਨ ਜ਼ਰੂਰ ਦੇਖੋਗੇ, ਠੀਕ ਹੈ ਜੀ। ਸੋ ਜੀਐਸਟੀ ਐਂਡ ਫਾਈਨੈਂਸ ਕਮਿਸ਼ਨ ਦਾ ਟੌਪਿਕ ਕੰਪਲੀਟ ਹੋਣ ਦੇ ਨਾਲ ਹੀ ਆਪਣਾ ਜਿਹੜਾ ਫਿਸਕਲ ਪਾਲਿਸੀ ਦਾ ਪਾਰਟ ਆ ਉਹ ਵੀ ਚੰਗੀ ਤਰ੍ਹਾਂ ਕੰਪਲੀਟ ਹੋ ਜਾਊਗਾ। ਸੋ ਫਸਟਲੀ ਆਪਾਂ ਜੀਐਸਟੀ ਬਾਰੇ ਡਿਸਕਸ ਕਰਾਂਗੇ ਜੀ। ਦੇਖੋ ਟੈਕਸ ਕਿੰਨੇ ਪ੍ਰਕਾਰ ਦੇ ਹੁੰਦੇ ਆ ਇਸ ਚੀਜ਼ ਬਾਰੇ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ। ਫਸਟ ਹੁੰਦਾ ਜੀ ਡਾਇਰੈਕਟ ਟੈਕਸ ਐਂਡ ਸੈਕੰਡ ਟਾਈਪ ਦਾ ਟੈਕਸ ਹੁੰਦਾ ਹੈਗਾ ਜੀ ਇਨਡਾਇਰੈਕਟ ਟੈਕਸ, ਠੀਕ ਹੈ ਨਾ। ਡਾਇਰੈਕਟ ਟੈਕਸ ਕਿਹੜਾ ਹੁੰਦਾ, ਇਹ ਉਹ ਟੈਕਸ ਹੁੰਦਾ ਜਿਹਦਾ ਭਾਰ ਕੇ ਉਸੇ ਪਰਸਨ ਤੇ ਹੀ ਪੈਂਦਾ ਜਿਹਦੇ ਉੱਪਰ ਕਿ ਇਹ ਲਾਇਆ ਗਿਆ ਸੀ, ਠੀਕ ਹੈ ਨਾ। ਲੇਕਿਨ ਇਨਡਾਇਰੈਕਟ ਟੈਕਸ ਕੀ ਹੁੰਦਾ ਹੈਗਾ ਕਿ ਲਾਇਆ ਇਸ ਪਰਸਨ ਦੇ ਉੱਪਰ ਗਿਆ ਸੀਗਾ, ਠੀਕ ਹੈ ਨਾ, ਲੇਕਿਨ ਇਹਦਾ ਭਾਰ ਕਿਹਨੂੰ ਝੱਲਣਾ ਪਿਆ, ਇਸ ਪਰਸਨ ਝੱਲਣਾ ਪਿਆ। ਮਤਲਬ ਕਿ ਇਹਦੇ ਵਿੱਚ ਕੀ ਹੁੰਦਾ, ਭਾਰ ਦੂਜੇ ਪਰਸਨ ਸ਼ਿਫਟ ਹੋ ਜਾਂਦਾ। ਸੋ ਜੀਐਸਟੀ ਜੀ ਇੱਕ ਇਨਡਾਇਰੈਕਟ ਟੈਕਸ ਹੈਗਾ। ਜੀਐਸਟੀ ਟੈਕਸ ਦੇਖੋ 2016 ਦੇ ਐਕਟ ਦੇ ਰਾਹੀਂ ਇੰਟਰੋਡਿਊਸ ਕੀਤਾ ਗਿਆ ਸੀਗਾ, ਲੇਕਿਨ ਇਹ ਐਪਲੀਕੇਬਲ ਹੋਇਆ ਸੀਗਾ ਫਰੋਮ 1 ਜੁਲਾਈ 2017 ਤੋਂ, ਠੀਕ ਹੈ। ਇਟ ਇਜ਼ ਬੇਸਡ ਔਨ ਵਨ ਨੇਸ਼ਨ ਵਨ ਇਨਡਾਇਰੈਕਟ ਟੈਕਸ। ਦੇਖੋ ਵਨ ਨੇਸ਼ਨ ਵਨ ਇਨਡਾਇਰੈਕਟ ਟੈਕਸ ਇਹਦਾ ਮੀਨਿੰਗ ਇਹ ਆ ਕਿ ਪਹਿਲਾਂ ਬਹੁਤ ਸਾਰੇ ਟੈਕਸ ਹੁੰਦੇ ਹੋਣਗੇ, ਇਸੇ ਕਰਕੇ ਇਸ ਨੂੰ ਨਾਮ ਦਿੱਤਾ ਗਿਆ ਸੀ ਵਨ ਇਨਡਾਇਰੈਕਟ ਟੈਕਸ। ਦੇਖੋ ਪਹਿਲਾਂ ਕੀ ਸੀਗਾ, ਮਲਟੀਪਲਿਸਿਟੀ ਆਫ ਟੈਕਸ ਸੀਗੀ, ਜਿਵੇਂ ਕਿ ਸੇਲ ਟੈਕਸ ਹੁੰਦਾ ਸੀਗਾ, ਠੀਕ ਹੈ ਨਾ, ਜਾਂ ਆਪਾਂ ਕਿਤੇ ਰੈਸਟੋਰੈਂਟ ਦੇ ਵਿੱਚ ਜਾਂਦੇ ਹੁੰਦੇ ਸੀਗੇ ਤਾਂ ਉੱਥੇ ਆਪਾਂ ਨੂੰ ਸਰਵਿਸ ਟੈਕਸ ਵੀ ਦੇਣਾ ਪੈਂਦਾ ਹੁੰਦਾ ਸੀਗਾ, ਜਾਂ ਆਪਾਂ ਕਿਤੇ ਮੂਵੀ ਦੇਖਣ ਜਾਂਦੇ ਸੀਗੇ ਤਾਂ ਆਪਾਂ ਨੂੰ ਐਂਟਰਟੇਨਮੈਂਟ ਟੈਕਸ ਵੀ ਜਿਹੜਾ ਸੀਗਾ ਉਹ ਦੇਣਾ ਪੈਂਦਾ ਹੁੰਦਾ ਸੀ, ਠੀਕ ਹੈ ਜੀ। ਸੋ ਜੀਐਸਟੀ ਨੇ ਕੀ ਕੀਤਾ, ਇਹਨਾਂ ਸਾਰੇ ਟੈਕਸ ਨੂੰ ਕਲੱਬ ਕਰਤਾ, ਸਾਰੇ ਟੈਕਸ ਨੂੰ ਖਤਮ ਕਰਤਾ ਐਂਡ ਇੱਕ ਸਿੰਗਲ ਟੈਕਸ ਜਿਹੜਾ ਸੀਗਾ ਉਹ ਇੰਟਰੋਡਿਊਸ ਹੋ ਗਿਆ, ਉਹ ਸੀਗਾ ਜੀਐਸਟੀ ਟੈਕਸ, ਠੀਕ ਹੈ ਜੀ। ਇਹ ਜਿਹੜਾ ਟੈਕਸ ਸੀਗਾ ਇਹ 2003 ਦੇ ਵਿੱਚ ਫਸਟ ਟਾਈਮ ਕੇਲਕਰ ਟਾਸਕ ਫੋਰਸ ਜਿਹੜੀ ਕਿ ਇਨਡਾਇਰੈਕਟ ਟੈਕਸਿਸ ਨੂੰ ਰਿਫਾਰਮ ਕਰਨ ਵਾਸਤੇ ਬਣਾਈ ਗਈ ਸੀ, ਉਹਦੇ ਦੁਆਰਾ ਫਸਟ ਟਾਈਮ ਮੂਟ ਕੀਤਾ ਗਿਆ ਸੀਗਾ ਜੀ, ਠੀਕ ਹੈ ਜੀ। ਐਂਡ ਇਸ ਟੈਕਸ ਨੂੰ ਲਿਆਉਣ ਦੇ ਲਈ 122nd ਅਮੈਂਡਮੈਂਟ ਬਿੱਲ ਲੈ ਕੇ ਆਂਦਾ ਗਿਆ ਸੀ ਪਾਰਲੀਮੈਂਟ ਦੇ ਵਿੱਚ, ਐਂਡ ਇਹ ਪਾਸ ਹੋਇਆ ਸੀਗਾ ਸੰਵਿਧਾਨ ਦੀ 101ਵੀਂ ਅਮੈਂਡਮੈਂਟ ਦੇ ਦੁਆਰਾ। ਹੁਣ ਦੇਖੋ ਇੱਥੇ ਇੱਕ ਸੋਚਣ ਵਾਲੀ ਗੱਲ ਇਹ ਹੈਗੀ ਹੈ ਕਿ ਇਸ ਟੈਕਸ ਨੂੰ ਲਿਆਉਣ ਦੇ ਲਈ ਸੰਵਿਧਾਨ ਨੂੰ ਕਿਉਂ ਸੋਧਣਾ ਪਿਆ। ਦੇਖੋ ਜੀ ਇਹ ਬਹੁਤ ਇੰਪੋਰਟੈਂਟ ਆ, ਤੁਹਾਨੂੰ ਇਸ ਚੀਜ਼ ਨੂੰ ਬਰੀਕੀ ਨਾਲ ਸਮਝਣ ਦੀ ਜ਼ਰੂਰਤ ਹੈਗੀ ਹੈ। ਦੇਖੋ ਸਾਡੇ ਸੰਵਿਧਾਨ ਦੇ ਵਿੱਚ ਕੀ ਹੈ ਜੀ, ਇੱਕ 7ਵੀਂ ਸੂਚੀ ਹੈਗੀ ਹੈ, ਠੀਕ ਹੈ ਨਾ। 7ਵੀਂ ਸੂਚੀ ਦੇ ਵਿੱਚ ਕੀ ਹੈਗਾ, ਕੁਛ ਕੁ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਸੈਂਟਰ ਦੇ ਕੋਲ ਆ, ਕੁਛ ਕੁ ਚੀਜ਼ਾਂ ਜਿਹੜੀਆਂ ਹੈਗੀਆਂ ਸਟੇਟ ਦੇ ਕੋਲ ਆ, ਐਂਡ ਕੁਛ ਕੁ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਦੋਨਾਂ ਦੇ ਕੋਲ ਆ। ਇਟ ਮੀਨਸ ਕਿ ਉਹਨਾਂ ਦੋਨਾਂ ਕੋਲੇ ਪਾਵਰ ਆ। ਲੇਕਿਨ ਜਿਹੜਾ ਟੈਕਸ ਸੀਗਾ, ਠੀਕ ਹੈ ਨਾ ਜੀ, ਟੈਕਸ ਦੇ ਵਿੱਚ ਕੀ ਸੀਗਾ, ਸਮ ਆਫ ਦਾ ਜਿਹੜੇ ਟੈਕਸ ਸੀਗੇ ਉਹ ਸੈਂਟਰਲ ਗਵਰਨਮੈਂਟ ਦੇ ਕੋਲ ਸੀਗੇ ਐਂਡ ਸਮ ਆਫ ਦਾ ਜਿਹੜੇ ਟੈਕਸ ਸੀਗੇ ਉਹ ਸਟੇਟ ਗਵਰਨਮੈਂਟ ਦੇ ਕੋਲ ਸੀਗੇ। ਜਿਵੇਂ ਸੇਲ ਟੈਕਸ ਸੀਗਾ, ਠੀਕ ਹੈ ਨਾ, ਸੇਲ ਟੈਕਸ ਸਟੇਟ ਗਵਰਨਮੈਂਟ ਵੱਲੋਂ ਆਪਣੇ ਹਿਸਾਬ ਨਾਲ ਲਾਇਆ ਜਾਂਦਾ ਹੁੰਦਾ ਸੀਗਾ, ਜਾਂ ਐਂਟਰਟੇਨਮੈਂਟ ਟੈਕਸ ਸੀਗਾ ਉਹ ਜਿਹੜਾ ਸੀਗਾ ਉਹ ਵੀ ਸਟੇਟ ਗਵਰਨਮੈਂਟ ਵੱਲੋਂ ਆਪਣੇ ਹਿਸਾਬ ਨਾਲ ਫਿਕਸ ਕੀਤਾ ਜਾਂਦਾ ਸੀਗਾ। ਸੋ ਜਿਹੜੀਆਂ ਇਹ ਪਾਵਰਾਂ ਸੀਗੀਆਂ ਉਹ ਸਾਰੀਆਂ ਸਟੇਟ ਗਵਰਨਮੈਂਟ ਕੋਲ ਸੀਗੀਆਂ। ਸੋ ਇਸ ਕਰਕੇ ਹੀ ਕੰਸਟੀਟਿਊਸ਼ਨ ਦੇ ਵਿੱਚ ਸੋਧ ਕਰਨੀ ਪਈ ਸੀ, ਉਸੇ ਕਰਕੇ ਹੀ ਜਿਹੜੀਆਂ ਇਹ ਪਾਵਰਾਂ ਸੀਗੀਆਂ ਇਹ ਸੈਂਟਰ ਗਵਰਨਮੈਂਟ ਨੂੰ ਆਪਣੇ ਹੱਥਾਂ ਦੇ ਵਿੱਚ ਲਿਆਉਣ ਵਾਸਤੇ ਇਹ ਜਿਹੜੀ ਸੋਧ ਆ ਉਹ ਕੀਤੀ ਗਈ ਸੀ, ਠੀਕ ਹੈ ਜੀ। ਐਂਡ ਜਿਹੜਾ ਜੀਐਸਟੀ ਆ ਦੇਖੋ ਇਟ ਇਜ਼ ਅ ਟੈਕਸ ਔਨ ਸਪਲਾਈ ਆਫ ਗੁਡਸ, ਠੀਕ ਹੈ ਜੀ। ਇਹ ਗੱਲ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ, ਸਪਲਾਈ ਆਫ ਗੁਡਸ ਤੇ ਟੈਕਸ ਲੱਗਦਾ ਹੈਗਾ ਐਂਡ ਇਟ ਇਜ਼ ਅ ਡੈਸਟੀਨੇਸ਼ਨ ਬੇਸਡ ਟੈਕਸ। ਦੇਖੋ ਜਿਹੜਾ ਡੈਸਟੀਨੇਸ਼ਨ ਬੇਸਡ ਟੈਕਸ ਆ ਇਸ ਚੀਜ਼ ਨੂੰ ਜਦੋਂ ਆਪਾਂ ਅੱਗੇ ਐਗਜ਼ਾਮਪਲ ਦੇ ਤੌਰ ਤੇ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਤੁਸੀਂ ਬਹੁਤ ਚੰਗੀ ਤਰ੍ਹਾਂ ਇਹਨੂੰ ਸਮਝੋਗੇ, ਠੀਕ ਹੈ ਜੀ। ਡੈਸਟੀਨੇਸ਼ਨ ਬੇਸਡ ਟੈਕਸ ਹੈਗਾ ਦੇਖੋ ਜੀ ਇਹ, ਐਂਡ ਇਟ ਇਜ਼ ਕੈਲਕੂਲੇਟਡ ਓਨਲੀ ਔਨ ਵੈਲਿਊ ਐਡੀਸ਼ਨ ਐਟ ਐਨੀ ਸਟੇਜ ਆਫ ਗੁਡਸ ਐਂਡ ਸਰਵਿਸਿਜ਼। ਇਟ ਮੀਨਸ ਕਿ ਜਿਹੜਾ ਫਾਈਨਲ ਕੰਜ਼ਿਊਮਰ ਆ ਉਹਨੂੰ ਸਿਰਫ ਆਪਣੇ ਹਿੱਸੇ ਦੇ ਟੈਕਸ ਜਿਹੜਾ ਹੈਗਾ ਉਹ ਪੇ ਕਰਨਾ ਪੈਂਦਾ। ਹੁਣ ਇੱਥੇ ਇਸ ਚੀਜ਼ ਨੂੰ ਸਮਝਣ ਵਾਸਤੇ ਇੱਕ ਆਪਾਂ ਉਦਾਹਰਨ ਲੈਂਦੇ ਹਾਂ। ਜਿਵੇਂ ਪਹਿਲਾਂ ਕੀ ਹੁੰਦਾ ਸੀਗਾ, ਦੇਖੋ ਵੇਰੀਅਸ ਟਾਈਪ ਦੇ ਟੈਕਸ ਹੁੰਦੇ ਸੀਗੇ, ਜਿਵੇਂ ਸੇਲ ਟੈਕਸ ਹੁੰਦਾ ਸੀਗਾ, ਐਂਟਰਟੇਨਮੈਂਟ ਟੈਕਸ ਹੁੰਦਾ ਸੀਗਾ, ਠੀਕ ਹੈ ਜੀ। ਜਿਵੇਂ ਆਪਾਂ 4 ਪਰਸਨ ਲੈ ਕੇ ਚੱਲਦੇ ਹਾਂ, ਇੱਕ ਮੈਨੂਫੈਕਚਰਰ ਲੈ ਕੇ ਚੱਲਦੇ ਹਾਂ, ਠੀਕ ਹੈ ਜੀ, ਇੱਕ ਆਪਾਂ ਲੈ ਕੇ ਚੱਲਦੇ ਹੈਗੇ ਆ ਹੋਲਸੇਲਰ, ਐਂਡ ਉਸ ਤੋਂ ਬਾਅਦ ਆਪਾਂ ਲੈ ਕੇ ਚੱਲਦੇ ਹੈਗੇ ਆ ਰੀਟੇਲਰ, ਐਂਡ ਉਸ ਤੋਂ ਬਾਅਦ ਫਾਈਨਲ ਕੰਜ਼ਿਊਮਰ। ਸਪੋਜ਼ ਕਰੋ ਮੈਨੂਫੈਕਚਰਰ ਨੇ 100 ਰੁਪਏ ਦੀ ਚੀਜ਼ ਹੋਲਸੇਲਰ ਨੂੰ ਵੇਚੀ ਜਿਹਦੇ ਵਿੱਚ ਕਿ 10 ਰੁਪਏ ਟੈਕਸ ਇਨਕਲੂਡ ਸੀਗਾ, ਠੀਕ ਹੈ ਜੀ।
ਹੁਣ ਦੇਖੋ ਹੋਲਸੇਲਰ ਨੂੰ 10 ਰੁਪਏ ਜਿਹੜਾ ਟੈਕਸ ਆ ਉਹ ਪੇ ਕਰਨਾ ਪਿਆ, ਤਾਂ ਉਹ ਹੋਲਸੇਲਰ ਜਦੋਂ ਉਹਨੂੰ ਅੱਗੇ ਸੇਲ ਕਰੂਗਾ ਤਾਂ ਉਹ ਉਸ ਟੈਕਸ ਨੂੰ ਵੀ ਰਿਕਵਰ ਕਰਨ ਦੀ ਕੋਸ਼ਿਸ਼ ਕਰੂਗਾ। ਸਪੋਜ਼ ਕਰੋ ਇਸ ਹੋਲਸੇਲਰ ਨੇ ਇਹਦੇ ਉੱਪਰ ਵੈਲਿਊਏਸ਼ਨ ਕੀਤੀ, ਕੋਈ ਨਾ ਕੋਈ ਮੰਨ ਲਓ ਆਪਾਂ ਕਹਿ ਲਈਏ ਹਾਰ ਸ਼ਿੰਗਾਰ ਕੀਤਾ, ਠੀਕ ਹੈ ਨਾ, ਤਾਂ 150 ਰੁਪਏ ਦੀ ਇਹ ਚੀਜ਼ ਇਹਨੂੰ ਪੈ ਗਈ, ਠੀਕ ਹੈ ਨਾ। ਉਸ ਤੋਂ ਬਾਅਦ ਦੇਖੋ ਜੀ ਹੋਲਸੇਲਰ ਨੇ ਕੀ ਕੀਤਾ, ਜਦੋਂ ਉਹਨੇ ਰੀਟੇਲਰ ਨੂੰ ਇਹ ਚੀਜ਼ ਵੇਚਣੀ ਆ ਤਾਂ ਇਹਦੇ ਉੱਪਰ ਉਹਨੇ 10% ਜਿਹੜਾ ਹੈਗਾ ਟੈਕਸ ਹੋਰ ਚਾਰਜ ਕਰ ਲੈਣਾ, ਠੀਕ ਹੈ ਨਾ। ਤਾਂ 10% ਦੇਖੋ ਜਦੋਂ ਇਹਨੇ ਟੈਕਸ ਚਾਰਜ ਕੀਤਾ ਤਾਂ 150 ਦਾ 10% ਦੇਖੋ ਕਿੰਨਾ ਹੋ ਗਿਆ, 0 ਨਾਲ 0 ਕੈਂਸਲ ਹੋ ਗਿਆ, 15 ਰੁਪਏ ਹੋ ਗਿਆ। ਇਟ ਮੀਨਸ ਕਿ ਇਹਨੂੰ 165 ਰੁਪਏ ਦੀ ਚੀਜ਼ ਪੈ ਗਈ, ਠੀਕ ਹੈ। ਦੇਖੋ ਚਾਹੀਦਾ ਕੀ ਸੀਗਾ ਕਿ ਹੋਲਸੇਲਰ ਸਿਰਫ ਇਸ 50 ਰੁਪਏ ਤੇ ਹੀ ਟੈਕਸ ਲੈਂਦਾ, ਠੀਕ ਹੈ ਨਾ, ਬਿਕੋਜ਼ ਉਹਨੇ ਵੈਲਿਊ ਐਡ ਸਿਰਫ 50 ਰੁਪਏ ਕੀਤੀ ਹੈ, ਲੇਕਿਨ ਉਹ ਸਾਰੇ ਉੱਪਰ ਟੈਕਸ ਲੈ ਰਿਹਾ। ਉਸ ਤੋਂ ਬਾਅਦ ਜਿਹੜਾ ਰੀਟੇਲਰ ਆ ਸਪੋਜ਼ ਕਰੋ ਉਹ ਵੀ ਕੀ ਕਰਦਾ, 35 ਰੁਪਏ ਦੀ ਇਹਦੇ ਉੱਪਰ ਵੈਲਿਊਏਸ਼ਨ ਕਰਦਾ, ਤਾਂ 200 ਰੁਪਏ ਦੀ ਚੀਜ਼ ਇਹਨੂੰ ਪੈ ਜਾਂਦੀ ਹੈ। ਐਂਡ ਉਸ ਤੋਂ ਬਾਅਦ ਜਦੋਂ ਉਹ ਫਾਈਨਲ ਕੰਜ਼ਿਊਮਰ ਨੂੰ ਵੇਚਦਾ ਤਾਂ 10% ਉਹ ਫੇਰ ਚਾਰਜ ਕਰਦਾ, ਤਾਂ 10% ਚਾਰਜ ਕਰਨ ਦੇ ਨਾਲ ਦੇਖੋ ਜਿਹੜੀ ਫਾਈਨਲ ਕੰਜ਼ਿਊਮਰ ਨੂੰ ਚੀਜ਼ ਕਿੰਨੀ ਪੈਂਦੀ, 220 ਰੁਪਏ। ਇੱਥੇ ਰੀਟੇਲਰ ਨੂੰ ਕੀ ਚਾਹੀਦਾ ਸੀਗਾ ਕਿ ਜਿੰਨੀ ਉਹਨੇ ਵੈਲਿਊਏਸ਼ਨ ਕੀਤੀ ਆ 35 ਰੁਪਏ, ਠੀਕ ਹੈ ਨਾ, ਸਿਰਫ ਓਨਾ ਹੀ ਜਿਹੜਾ ਹੈਗਾ ਉਹਦੇ ਤੇ 10% ਲਵੇ, 3 ਰੁਪਏ ਦੇ ਹਿਸਾਬ ਨਾਲ ਫਾਈਨਲ ਕੰਜ਼ਿਊਮਰ ਤੋਂ ਟੈਕਸ ਲਵੇ। ਲੇਕਿਨ ਜਿਹੜਾ ਉਹ ਟੈਕਸ ਹੈਗਾ ਹਰੇਕ ਸਟੇਜ ਤੇ ਜਿਹੜਾ ਪਰਸਨ ਹੈਗਾ ਉਹ ਦੂਜੇ ਪਰਸਨ ਤੋਂ ਰਿਕਵਰ ਕਰਨ ਦੀ ਕੋਸ਼ਿਸ਼ ਕਰ ਰਿਹਾ। ਇਸ ਕਰਕੇ ਮਲਟੀਪਲਿਸਿਟੀ ਆਫ ਟੈਕਸਿਸ ਹੁੰਦੀ ਸੀ, ਠੀਕ ਹੈ ਜੀ। ਮਲਟੀਪਲਿਸਿਟੀ ਆਫ ਟੈਕਸਿਸ ਕਰਕੇ ਜਿਹੜਾ ਫਾਈਨਲ ਕੰਜ਼ਿਊਮਰ ਹੁੰਦਾ ਸੀ ਉਹਨੂੰ ਚੀਜ਼ ਬਹੁਤ ਜ਼ਿਆਦਾ ਮਹਿੰਗੀ ਪੈਂਦੀ ਹੁੰਦੀ ਸੀ। ਸੋ ਇਸ ਚੀਜ਼ ਨੂੰ ਹੀ ਘੱਟ ਕਰਨ ਵਾਸਤੇ ਜਿਹੜਾ ਵੈਟ ਦਾ ਕਨਸੈਪਟ ਆ ਉਹ ਲੈ ਕੇ ਆਂਦਾ ਗਿਆ ਸੀ, ਵੈਲਿਊ ਐਡਡ ਟੈਕਸ। ਇਹਦੇ ਵਿੱਚ ਕੀ ਸੀਗਾ ਕਿ ਜਿਹੜੇ ਆ 50 ਰੁਪਏ ਆ, ਠੀਕ ਹੈ ਨਾ, ਜਿੰਨੇ ਇਹਨੇ ਵੈਲਿਊ ਐਡ ਕੀਤੀ ਆ, ਇਹਨੇ ਸਿਰਫ ਉਸ ਤੇ ਹੀ ਜਿਹੜਾ ਟੈਕਸ ਆ ਉਹ ਅਗਲੇ ਪਰਸਨ ਤੋਂ ਚਾਰਜ ਕਰਵਾਉਣਾ ਹੈਗਾ, ਠੀਕ ਹੈ ਨਾ। ਸਿਮਿਲਰਲੀ ਜਿਵੇਂ ਰੀਟੇਲਰ ਆ, ਉਹਨੇ 35 ਰੁਪਏ ਵੈਲਿਊ ਐਡ ਕੀਤੀ ਹੈ, ਠੀਕ ਹੈ ਨਾ, ਤਾਂ ਉਹਨੇ ਸਿਰਫ 19% ਜਿਹੜਾ ਟੈਕਸ ਆ ਉਸ ਤੇ ਹੀ ਚਾਰਜ ਕਰਨਾ ਹੈਗਾ। ਜਿਹੜਾ ਅਦਰ ਟੈਕਸ ਉਹਨੇ ਪੇ ਕੀਤਾ ਹੋਇਆ ਉਹ ਉਹਨੂੰ ਇਨਪੁਟ ਕ੍ਰੈਡਿਟ ਦੇ ਤੌਰ ਤੇ ਵਾਪਸ ਆ ਜਾਂਦਾ ਹੁੰਦਾ ਸੀਗਾ। ਹੁਣ ਇਨਪੁਟ ਕ੍ਰੈਡਿਟ ਕੀ ਹੈ ਇਹਦੇ ਬਾਰੇ ਆਪਾਂ ਅੱਗੇ ਡਿਸਕਸ ਕਰਾਂਗੇ। ਹੁਣ ਕੀ ਸੀਗਾ ਕਿ ਵੈਟ ਆਉਣ ਨਾਲ ਜਿਹੜੀ ਕੁਛ ਕੁ ਹੱਦ ਤੱਕ ਸਮੱਸਿਆ ਹੱਲ ਹੋ ਗਈ ਸੀ, ਲੇਕਿਨ ਹਜੇ ਵੀ ਬਹੁਤ ਤਰ੍ਹਾਂ ਜਿਹੜੇ ਟੈਕਸ ਸੀਗੇ ਉਹ ਇਕਨੋਮੀ ਦੇ ਵਿੱਚ ਹੈਗੇ ਸੀਗੇ। ਸੋ ਇਹਨਾਂ ਸਾਰੇ ਤਰ੍ਹਾਂ ਦੇ ਜਿਹੜੇ ਟੈਕਸ ਸੀਗੇ ਉਹਨਾਂ ਨੂੰ ਕਲੱਬ ਕਰਨ ਵਾਸਤੇ, ਉਹਨਾਂ ਦੀਆਂ ਸ਼ਾਰਟਕਮਿੰਗਸ ਨੂੰ ਦੂਰ ਕਰਨ ਵਾਸਤੇ ਜਿਹੜਾ GST ਸੀਗਾ ਉਹ ਇੰਟਰੋਡਿਊਸ ਕੀਤਾ ਗਿਆ ਸੀ, ਠੀਕ ਹੈ ਜੀ। ਹੁਣ ਇੱਥੇ ਇੱਕ ਗੱਲ ਮੈਂ ਤੁਹਾਨੂੰ ਇਹ ਕਹਿਣੀ ਚਾਹੁੰਦਾ ਕਿ ਤੁਸੀਂ ਇਸ ਟੌਪਿਕ ਦੇ ਬਿਲਕੁਲ ਅੰਦਰ ਨਹੀਂ ਵੜਨਾ ਹੈਗਾ, ਤੁਸੀਂ PhD ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਹੈਗੀ, ਠੀਕ ਹੈ ਨਾ। ਆਪਾਂ ਸਿਰਫ ਪੇਪਰ ਦੇ ਪੁਆਇੰਟ ਆਫ ਵਿਊ ਜਿੰਨਾ ਰੈਲੇਵੈਂਟ ਆ ਸਿਰਫ ਓਨਾ ਹੀ ਕਰਨਾ ਹੈਗਾ, ਠੀਕ ਹੈ ਨਾ। ਕੋਈ ਆਪਾਂ ਇੱਥੇ ਸਕੋਲਰ ਨਹੀਂ ਬਣਨਾ ਹੈਗਾ, ਜਿੰਨੀਆਂ ਚੀਜ਼ਾਂ ਪੇਪਰ ਦੇ ਵਿੱਚ ਪੁੱਛੀਆਂ ਜਾਂਦੀਆਂ ਸਿਰਫ ਆਪਾਂ ਉਹੀ ਕਵਰ ਕਰਨ ਦੀ ਕੋਸ਼ਿਸ਼ ਕਰਨੀ ਹੈ। ਹੁਣ ਦੇਖੋ ਜਿਹੜਾ ਇਹ ਟੈਕਸ ਸੀਗਾ ਇਹ ਫਸਟ ਟਾਈਮ ਇੰਟਰੋਡਿਊਸ ਕੀਤਾ ਗਿਆ ਸੀਗਾ ਫਰਾਂਸ ਦੇ ਦੁਆਰਾ। ਹੁਣ ਕਿਹੜੇ ਕਿਹੜੇ ਟੈਕਸ ਸਬਸਿਊਮ ਕੀਤੇ ਗਏ ਸੀਗੇ ਜੀ, ਹੁਣ ਤੁਸੀਂ ਇਹਨਾਂ ਨੂੰ ਧਿਆਨ ਦੇ ਵਿੱਚ ਰੱਖਣਾ, ਤੁਹਾਨੂੰ ਪੇਪਰ ਦੇ ਵਿੱਚ ਕੁਐਸਚਨ ਇੱਥੋਂ ਹੀ ਪੁੱਛਿਆ ਜਾ ਸਕਦਾ। ਸੈਂਟਰਲ ਲੈਵਲ ਦੇਖੋ ਸੈਂਟਰਲ ਐਕਸਾਈਜ਼ ਡਿਊਟੀ ਜਿਹੜੀ ਸੀਗੀ ਉਹ ਸਬਸਿਊਮ ਕੀਤੀ ਗਈ ਸੀ। ਐਕਸਾਈਜ਼ ਦੇਖੋ ਜਿਹੜਾ ਟੈਕਸ ਸੀਗਾ ਇਹ ਪ੍ਰੋਡਕਸ਼ਨ ਤੇ ਲੱਗਦਾ ਹੁੰਦਾ ਸੀਗਾ। ਐਡੀਸ਼ਨਲ ਐਕਸਾਈਜ਼ ਡਿਊਟੀ, ਸਰਵਿਸ ਟੈਕਸ, ਕਾਊਂਟਰ ਵੇਲਿੰਗ ਡਿਊਟੀ, ਐਡੀਸ਼ਨਲ ਕਸਟਮਸ, ਦੇਖੋ ਇਹ ਸਾਰੇ ਟੈਕਸ ਜਿਹੜੇ ਸੀਗੇ ਸੈਂਟਰਲ ਲੈਵਲ ਤੇ ਸੈਂਟਰਲ ਗਵਰਨਮੈਂਟ ਲਾਉਂਦੀ ਹੁੰਦੀ ਸੀ, ਇਹ ਸਾਰੇ ਟੈਕਸ GST ਵਿੱਚ ਸਬਸਿਊਮ ਹੋ ਗਏ ਸੀਗੇ। ਸਟੇਟ ਲੈਵਲ ਤੇ ਦੇਖੋ ਸਟੇਟ ਵੈਲਿਊ ਐਡਡ ਟੈਕਸ, ਐਂਟਰਟੇਨਮੈਂਟ ਟੈਕਸ, ਲਗਜ਼ਰੀ ਟੈਕਸ, ਠੀਕ ਹੈ ਜੀ, ਐਂਡ ਅਦਰ ਜਿਹੜੇ ਦੋ ਟਾਈਪ ਦੇ ਟੈਕਸ ਹੈਗੇ ਆ ਇਹ ਵੀ ਸਟੇਟ ਲੈਵਲ ਦੇ ਟੈਕਸਾਂ ਦੇ ਵਿੱਚੋਂ GST ਵਿੱਚ ਸਬਸਿਊਮ ਕਰ ਲਏ ਗਏ ਸੀ, ਠੀਕ ਹੈ ਜੀ। ਹੁਣ GST ਦੇ ਅੰਡਰ ਕੀ ਕੀਤਾ ਗਿਆ, ਦੇਖੋ ਇਹਨਾਂ ਨੇ 4 ਤਰ੍ਹਾਂ ਦੇ ਜਿਹੜੇ GST ਆ ਉਹ ਇੰਟਰੋਡਿਊਸ ਕੀਤੇ ਸੀਗੇ। ਸੈਂਟਰਲ GST, ਠੀਕ ਹੈ ਜੀ, ਜਿਹੜਾ ਕਿ ਸੈਂਟਰਲ ਗਵਰਨਮੈਂਟ ਦੁਆਰਾ ਲੈਵੀ ਕੀਤਾ ਜਾਂਦਾ। ਸਟੇਟ GST ਜਿਹੜਾ ਕਿ ਸਟੇਟ ਗਵਰਨਮੈਂਟ ਦੁਆਰਾ ਲੈਵੀ ਕੀਤਾ ਜਾਂਦਾ। ਇੰਟੀਗ੍ਰੇਟਡ GST ਇਹਦੇ ਵਿੱਚ ਕੀ ਹੁੰਦਾ ਗਾ, ਜਿਵੇਂ ਸਪੋਜ਼ ਕਰੋ ਪੰਜਾਬ ਤੋਂ ਕੋਈ ਚੀਜ਼ ਗੁਜਰਾਤ ਜਾ ਰਹੀ ਹੈ, ਠੀਕ ਹੈ ਨਾ, ਪੰਜਾਬ ਦੇ ਲੁਧਿਆਣੇ ਤੋਂ ਮੰਨ ਲਓ ਜਿਹੜੇ ਸਾਈਕਲ ਆ ਮੈਨੂਫੈਕਚਰ ਹੋ ਕੇ ਗੁਜਰਾਤ ਜਾ ਰਹੇ ਆ, ਤਾਂ ਇਸ ਸਥਿਤੀ ਦੇ ਵਿੱਚ ਜਿਹੜਾ IGST ਐਪਲੀਕੇਬਲ ਹੋਊਗਾ। ਐਂਡ ਇੱਕ ਜਿਹੜਾ ਚੌਥੀ ਟਾਈਪ ਦਾ ਸੀਗਾ ਉਹ UT GST, ਠੀਕ ਹੈ ਨਾ, ਜਿਹੜੀ ਚੀਜ਼ਾਂ UT ਦੇ ਵਿੱਚ ਸਪੋਜ਼ ਕਰੋ ਇੰਟਰਚੇਂਜ ਹੋ ਰਹੀਆਂ ਹੈਗੀਆਂ ਉਹਨਾਂ ਉੱਪਰ ਜਿਹੜਾ UT GST ਆ ਉਹ ਲੱਗਦਾ ਹੁੰਦਾ। ਹੁਣ ਦੇਖੋ ਜੀ ਇਹਦੇ ਵਿੱਚ ਕੀ ਹੁੰਦਾ ਗਾ, ਜਦੋਂ ਤੁਸੀਂ ਕੋਈ ਵੀ ਚੀਜ਼ ਪਰਚੇਸ ਕਰੋਗੇ ਨਾ ਤਾਂ ਤੁਸੀਂ ਦੇਖੋਗੇ ਮੰਨ ਲਓ GST ਜੇ 18% ਆ ਤਾਂ ਉਹ 18% ਦੇ ਵਿੱਚ ਕੀ ਹੁੰਦਾ, ਜਿਹੜਾ 9% GST ਹੁੰਦਾ ਉਹ ਸੈਂਟਰ ਗਵਰਨਮੈਂਟ ਦਾ ਹੁੰਦਾ, CGST ਲਿਖਿਆ ਹੁੰਦਾ, ਧਿਆਨ ਨਾਲ ਚੈੱਕ ਕਰਿਓ ਤੁਸੀਂ। ਐਂਡ ਜਿਹੜਾ ਅਦਰ 9% ਹੋਊਗਾ ਉਹ ਕੀ ਹੁੰਦਾ ਗਾ, ਸਟੇਟ GST ਹੁੰਦਾ। ਜਿਵੇਂ ਸਪੋਜ਼ ਕਰੋ ਕੋਈ ਚੀਜ਼ ਪੰਜਾਬ ਦੇ ਵਿੱਚ, ਹੁਣ ਮੈਂ ਤੁਹਾਨੂੰ ਦੱਸਿਆ ਸੀਗਾ ਨਾ ਕਿ ਇਹ ਡੈਸਟੀਨੇਸ਼ਨ ਬੇਸਡ ਹੁੰਦਾ, ਤਾਂ ਇਹਦੇ ਵਿੱਚ ਕੀ ਹੁੰਦਾ, ਕੋਈ ਚੀਜ਼ ਮੰਨ ਲਓ ਪੰਜਾਬ ਦੇ ਵਿੱਚ ਬਣੀ ਹਨਾ, ਤਾਂ ਉਹ ਚੀਜ਼ ਪੰਜਾਬ ਦੇ ਵਿੱਚ ਸੇਲ ਹੋ ਰਹੀ ਆ
ਤਾਂ ਇਹਦੇ ਵਿੱਚ ਕੀ ਹੋਊਗਾ, ਇੱਕ ਤਾਂ CGST ਲੱਗੂਗਾ, ਇੱਕ ਸਟੇਟ GST ਲੱਗੂਗਾ। ਠੀਕ ਹੈ ਜੀ, ਜਿਹੜਾ ਇੱਕ ਹਿੱਸਾ ਉਹ ਸੈਂਟਰ ਲੈ ਜਾਊਗਾ, ਇੱਕ ਹਿੱਸਾ ਕੌਣ ਲੈ ਜਾਊਗਾ, ਪੰਜਾਬ ਸਟੇਟ ਲੈ ਜਾਊਗੀ। ਠੀਕ ਹੈ ਜੀ, ਹੁਣ ਕੀ ਹੋਊਗਾ, ਜਿਵੇਂ ਸਪੋਜ਼ ਕਰੋ ਕੋਈ ਚੀਜ਼ ਦਿੱਲੀ ਦੇ ਵਿੱਚ ਬਣੀ ਆ, ਦਿੱਲੀ 'ਚ ਕੰਜ਼ਿਊਮ ਹੋ ਗਈ, ਠੀਕ ਹੈ ਨਾ, ਤਾਂ ਉਹਦੇ ਉੱਪਰ ਕੀ ਹੋਊਗਾ, ਇੱਕ ਤਾਂ UT GST ਲੱਗੂਗਾ ਐਂਡ ਇੱਕ CG GST ਲੱਗੂਗਾ। ਹੁਣ ਮੰਨ ਲਓ ਪੰਜਾਬ ਤੋਂ ਕੋਈ ਚੀਜ਼ ਗੁਜਰਾਤ ਗਈ, ਹਨਾ, ਪੰਜਾਬ ਤੋਂ ਕੋਈ ਚੀਜ਼ ਗੁਜਰਾਤ ਗਈ, ਤਾਂ ਇਹਦੇ ਵਿੱਚ ਕੀ ਹੋਊਗਾ, ਇੱਕ ਲੱਗੂਗਾ ਸੈਂਟਰਲ GST ਐਂਡ ਇੱਕ ਲੱਗੂਗਾ IGST। ਹੁਣ ਦੇਖੋ ਇੱਕ ਗੱਲ ਧਿਆਨ ਰੱਖਣੀ ਹੈ ਤੁਸੀਂ, ਕਿਉਂਕਿ ਇਹ ਡੈਸਟੀਨੇਸ਼ਨ ਬੇਸਡ ਟੈਕਸ ਆ ਐਂਡ ਇਹ ਸਪਲਾਈ ਆਫ ਗੁੱਡਸ ਐਂਡ ਸਰਵਿਸਿਜ਼ ਤੇ ਐਪਲੀਕੇਬਲ ਹੁੰਦਾ। ਤਾਂ ਇਹਦੇ ਵਿੱਚ ਕੀ ਹੁੰਦਾ, ਮੰਨ ਲਓ ਕੋਈ ਚੀਜ਼ ਪੰਜਾਬ 'ਚ ਮੈਨੂਫੈਕਚਰ ਹੋ ਰਹੀ ਆ, ਲੇਕਿਨ ਉਹ ਵਿਕ ਗੁਜਰਾਤ 'ਚ ਰਹੀ ਹੈ, ਸਪਲਾਈ ਗੁਜਰਾਤ 'ਚ ਹੋਊਗੀ ਨਾ, ਡੈਸਟੀਨੇਸ਼ਨ ਗੁਜਰਾਤ 'ਚ ਨਾ, ਤਾਂ ਇਹਦਾ ਜਿਹੜਾ ਪੈਸਾ ਹੋਊਗਾ ਉਹ ਗੁਜਰਾਤ ਨੂੰ ਜਾਊਗਾ। ਠੀਕ ਹੈ ਜੀ, ਹੁਣ ਤੁਹਾਡੇ ਦਿਮਾਗ 'ਚ ਇਹ ਵੀ ਆਉਂਦਾ ਹੋਣਾ ਕਿ ਪੰਜਾਬ ਨੂੰ ਇਹਦਾ ਨੁਕਸਾਨ ਹੋ ਗਿਆ, ਤਾਂ ਹੁਣ ਇਸ ਨੁਕਸਾਨ ਦੀ ਭਰਪਾਈ ਵਾਸਤੇ ਕੀ ਕੀਤਾ ਗਿਆ ਸੀਗਾ, ਇਹ ਆਪਾਂ ਅੱਗੇ ਡਿਸਕਸ ਕਰਾਂਗੇ। ਠੀਕ ਹੈ ਜੀ, ਜਿਹੜਾ IGST ਹੈਗਾ, ਦੇਖੋ ਇੰਟਰਸਟੇਟ ਟ੍ਰਾਂਜੈਕਸ਼ਨਸ ਤੇ ਲੱਗਦਾ ਐਂਡ ਇੰਪੋਰਟ ਆਫ ਗੁੱਡਸ ਤੇ ਲੱਗਦਾ। ਇੱਕ ਚੀਜ਼ ਇਹ ਧਿਆਨ ਦੇਣੀ ਆ, ਆਹ ਦੇਖੋ ਕੀ ਪੁਆਇੰਟ, ਕਿ ਐਕਸਪੋਰਟ ਤੇ 0% GST ਲੱਗਦਾ ਹੁੰਦਾ। ਇਟ ਮੀਨਸ ਕੀ ਹੈ, ਜਾਂ ਤਾਂ GST ਬਿਲਕੁਲ ਵੀ ਨਹੀਂ ਲੱਗਦਾ ਹੁੰਦਾ, ਜਾਂ ਕੀ ਹੁੰਦਾ ਹੈਗਾ ਕਿ ਸੈਂਟਰ ਗੌਰਮੈਂਟ ਜਾਂ ਸਟੇਟ ਗੌਰਮੈਂਟਸ ਪਹਿਲਾਂ GST ਲੈ ਲੈਂਦੀਆਂ ਐਂਡ ਬਾਅਦ 'ਚ ਉਹਨੂੰ ਰੀਫੰਡ ਕਰ ਦਿੰਦੀਆਂ। ਠੀਕ ਹੈ ਜੀ, ਹੁਣ GST ਜਿਹੜੇ ਰੇਟ ਹੁੰਦੇ, ਦੇਖੋ ਡਿਸਾਈਡ ਕਿਹਦੇ ਦੁਆਰਾ ਕੀਤੇ ਨਾ, GST ਕਾਊਂਸਲ ਦੇ ਦੁਆਰਾ। ਠੀਕ ਹੈ, ਐਂਡ ਇਸ ਦੇ ਵਿੱਚ ਮਲਟੀਪਲ ਰੇਟਸ ਆ, ਦੇਖੋ ਬਹੁਤ ਸਾਰੀਆਂ ਗੁੱਡਸ ਤੇ 0% ਲੱਗਦਾ, ਬਹੁਤ ਸਾਰਿਆਂ ਤੇ 5% ਆ। ਹੁਣ ਦੇਖੋ ਜਿਹੜਾ 5% ਹੈ ਵੰਡਿਆ ਜਾਊਗਾ 2.5 ਐਂਡ 2.5 ਦੇ ਵਿੱਚ। ਠੀਕ ਹੈ ਨਾ, ਜਿਵੇਂ 12% ਵੀ ਲੱਗਦਾ, 18% ਵੀ ਲੱਗਦਾ ਐਂਡ 28% ਵੀ ਲੱਗਦਾ। ਲੇਕਿਨ ਸਮ ਆਫ ਦਾ ਗੁੱਡਸ ਜਿਹੜੀਆਂ ਹੈਗੀਆਂ ਹਜੇ ਵੀ ਐਕਸਕਲੂਡ ਹੈਗੀਆਂ, ਜਿਹਦੇ ਵਿੱਚ ਕਿ ਪੈਟਰੋਲੀਅਮ ਵੀ ਸ਼ਾਮਲ ਆ, ਐਲਕੋਹਲ ਵੀ ਸ਼ਾਮਲ ਆ, ਇਲੈਕਟ੍ਰਿਸਿਟੀ ਵੀ ਸ਼ਾਮਲ ਆ। ਇਟ ਮੀਨਸ ਕਿ ਇਹਨਾਂ ਉੱਪਰ GST ਹਜੇ ਨਹੀਂ ਲਾਇਆ ਗਿਆ ਸੀਗਾ। ਇਹ ਜਿਹੜੇ ਸਾਰੇ ਮੁੱਦੇ ਸੀਗੇ ਇਹ GST ਕੌਂਸਲ ਦੇ ਛੱਡ ਕੀਤੇ ਗਏ ਸੀਗੇ, ਕਿ ਜਦੋਂ ਸੈਂਟਰ ਗੌਰਮੈਂਟ ਐਂਡ ਸਟੇਟ ਗੌਰਮੈਂਟਸ ਰਾਜੀ ਹੋ ਗਈਆਂ ਤਾਂ ਉਦੋਂ ਇਹਨਾਂ ਉੱਪਰ ਵੀ ਜਿਹੜਾ GST ਉਹ ਲਗਾ ਦਿੱਤਾ ਜਾਊਗਾ। ਹੁਣ GST ਕੌਂਸਲ ਬਾਰੇ ਜਾਣਨਾ ਆਪਣੇ ਲਈ ਬਹੁਤ ਜ਼ਰੂਰੀ ਹੈ ਕਿ ਇਹ ਇੱਕ ਕੰਸਟੀਟਿਊਸ਼ਨਲ ਬੋਡੀ, ਸੰਵਿਧਾਨਕ ਬੋਡੀ ਹੈ, ਜਿਹੜੀ ਕਿ ਆਰਟੀਕਲ 279A ਦੇ ਅੰਡਰ ਸਥਾਪਿਤ ਕੀਤੀ ਗਈ ਸੀਗੀ ਐਂਡ ਇਹਨੂੰ ਕੰਸਟੀਟਿਊਟ ਕਿਹਦੇ ਦੁਆਰਾ ਕੀਤਾ ਗਿਆ ਸੀਗਾ, ਪ੍ਰੈਜ਼ੀਡੈਂਟ ਆਫ ਇੰਡੀਆ ਦੇ ਦੁਆਰਾ। ਇਹਦਾ ਚੇਅਰਮੈਨ ਹੁੰਦੇ ਹੈਗੇ ਜੀ ਤਤਕਾਲੀ ਫਾਈਨੈਂਸ ਮਿਨਿਸਟਰ। ਠੀਕ ਹੈ, ਜੋ ਵੀ ਹੋਣਗੇ। ਇਹਦੇ ਮੈਂਬਰ ਕੌਣ ਹੁੰਦੇ ਆ, ਯੂਨੀਅਨ ਮਿਨਿਸਟਰ ਆਫ ਸਟੇਟ ਇੰਚਾਰਜ ਆਫ ਰੈਵਨਿਊ ਔਰ ਫਾਈਨੈਂਸ ਐਂਡ ਸਟੇਟ ਵੱਲੋਂ ਕੌਣ ਹੁੰਦਾ, ਜਾਂ ਤਾਂ ਸਟੇਟ ਦਾ ਫਾਈਨੈਂਸ ਮਿਨਿਸਟਰ ਹੋਊਗਾ ਜਾਂ ਕੋਈ ਵੀ ਅਦਰ ਮਿਨਿਸਟਰ ਜਿਹੜਾ ਕਿ ਸਟੇਟ ਨੋਮੀਨੇਟ ਕਰੂਗੀ। ਠੀਕ ਹੈ ਜੀ, ਕੋਰਮ ਦਾ ਮੀਨਿੰਗ ਹੈ ਕਿ ਮੀਟਿੰਗ ਨੂੰ ਜਾਰੀ ਰੱਖਣ ਵਾਸਤੇ ਕਿੰਨੇ ਮੈਂਬਰ ਜ਼ਰੂਰੀ ਆ, ਤਾਂ 1/2 ਮੈਂਬਰ ਜਿਹੜੇ ਹੈਗੇ ਆ ਉਹ ਹਾਜ਼ਰ ਹੋਣੇ ਜ਼ਰੂਰੀ ਹੁੰਦੇ ਆ। ਜਦੋਂ ਆਪਾਂ ਵੋਟਿੰਗ ਪਾਵਰ ਦੀ ਗੱਲ ਕਰਦੇ ਹਾਂ ਤਾਂ ਸੈਂਟਰ ਗੌਰਮੈਂਟ ਵੱਲੋਂ ਕੋਲ ਦੇਖੋ 1/3 ਵੋਟਿੰਗ ਹੈਗੀ ਆ ਐਂਡ ਸਟੇਟ ਗਵਰਨਮੈਂਟ ਦੇ ਕੋਲ 2/3 ਵੋਟਿੰਗ ਹੈ। ਠੀਕ ਹੈ ਜੀ, ਐਂਡ ਕਿਸੇ ਵੀ ਮੈਟਰ ਨੂੰ ਪਾਸ ਕਰਨ ਵਾਸਤੇ 3/4 ਵੋਟਸ ਜਿਹੜੀਆਂ ਹੈਗੀਆਂ ਉਹ ਕੰਪਲਸਰੀ ਆ, ਮੈਂਡੇਟਰੀ ਆ। ਹੁਣ GST ਕੰਪਨਸੇਸ਼ਨ ਸੈਸ ਦੀ ਗੱਲ ਆ ਗਈ ਜੀ। ਹੁਣ ਦੇਖੋ ਪੰਜਾਬ ਦੇ ਵਿੱਚ ਕੋਈ ਚੀਜ਼ ਬਣ ਰਹੀ ਸੀਗੀ, ਠੀਕ ਹੈ, ਲੇਕਿਨ ਉਹ ਵਿਕ ਰਹੀ ਹੈ ਜਾ ਕੇ ਗੁਜਰਾਤ ਦੇ ਵਿੱਚ, ਤਾਂ ਪੰਜਾਬ ਨੂੰ ਤਾਂ ਇਹਦਾ ਨੁਕਸਾਨ ਹੋ ਰਿਹਾ ਸੀਗਾ। ਤਾਂ ਇਸ ਤੋਂ ਇਲਾਵਾ ਹੋਰ ਵੀ ਦੇਖੋ ਕੀ ਸੀਗਾ ਕਿ ਪਹਿਲਾਂ ਜਿਹੜੀਆਂ ਸਟੇਟ ਗੌਰਮੈਂਟ ਸੀਗੀਆਂ ਕਾਫੀ ਟਾਈਪ ਦੇ ਟੈਕਸ ਲਾਉਂਦੀਆਂ ਸੀਗੀਆਂ, ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜੀ ਆਮਦਨ ਰੈਵਨਿਊ ਜਨਰੇਟ ਹੁੰਦਾ ਸੀ, ਲੇਕਿਨ ਹੁਣ ਉਸ ਰੈਵਨਿਊ ਨੂੰ ਉਹਨਾਂ ਨੂੰ ਛੱਡਣਾ ਪਿਆ ਸੀਗਾ। ਸੋ ਇਸ ਕਰਕੇ ਸਟੇਟਸ ਦੇ ਜਿਹੜੇ ਮੁੱਦੇ ਸੀਗੇ ਉਹਨਾਂ ਨੂੰ ਸੁਲਝਾਉਣ ਵਾਸਤੇ GST ਕੰਪਨਸੇਸ਼ਨ ਸੈਸ ਜਿਹੜਾ ਸੀਗਾ ਉਹ ਇੰਟਰੋਡਿਊਸ ਕੀਤਾ ਗਿਆ ਸੀਗਾ। ਇੱਕ ਸਪੈਸ਼ਲੀ ਫੰਡ ਬਣਾਇਆ ਗਿਆ ਸੀਗਾ GST ਕੰਪਨਸੇਸ਼ਨ ਸੈਸ ਫੰਡ, ਜਿਹਦੇ ਵਿੱਚ ਕੀ ਸੀਗਾ ਜੀ ਕਿ ਸਪੈਸੀਫਿਕ ਜਿਹੜੀਆਂ ਗੁੱਡ ਸੀਗੀਆਂ, ਜਿਵੇਂ ਕੋਈ ਪਾਨ ਮਸਾਲਾ ਹੋ ਗਿਆ ਹਨਾ, ਜਾਂ ਹੋਰ ਵੀ ਵੇਰੀਅਸ ਕਾਈਂਡ ਦੀਆਂ ਗੁੱਡਸ ਹੈਗੀਆਂ ਜਿਨ੍ਹਾਂ ਨੂੰ ਜਾਣਨਾ ਆਪਣੇ ਪੇਪਰ ਦੇ ਪੁਆਇੰਟ ਆਫ ਜ਼ਰੂਰੀ ਨਹੀਂ ਹੈਗਾ, ਇਹਨਾਂ ਸਾਰਿਆਂ ਉੱਪਰ ਇੱਕ ਸੈਸ ਲਗਾਇਆ ਜਾਂਦਾ। ਠੀਕ ਹੈ ਨਾ, ਐਂਡ ਇਹ ਸੈਸ ਜਿਹੜਾ ਹੈਗਾ ਇੱਕ ਸਪੈਸ਼ਲ ਜਿਹੜਾ ਸੈਸ ਫੰਡ ਉਹਦੇ ਜਮ੍ਹਾਂ ਹੁੰਦਾ। ਐਂਡ ਉਸ ਤੋਂ ਬਾਅਦ ਕੀ ਹੁੰਦਾ, ਜਿਹੜੀਆਂ ਸਟੇਟਸ ਦੇ ਵਿੱਚ ਰੈਵਨਿਊ ਸ਼ਾਰਟਫਾਲ ਹੋ ਰਿਹਾ ਬਿਲੋ 14% ਗਰੋ, ਇਹਨਾਂ ਨੇ ਬੇਸ ਈਅਰ ਮੰਨ ਕੇ ਚੱਲਿਆ ਸੀਗਾ 2015-16। ਠੀਕ ਹੈ ਨਾ, ਜਿਵੇਂ ਸਪੋਜ਼ ਕਰੋ ਉਸ ਬੇਸ ਈਅਰ ਦੇ ਵਿੱਚ 100 ਰੁਪਏ ਰੈਵਨਿਊ ਜਨਰੇਟ ਹੋ ਰਹੀ ਸੀ। ਠੀਕ ਹੈ ਨਾ, ਜੇਕਰ ਆਉਣ ਵਾਲੇ ਸਾਲਾਂ ਦੇ ਵਿੱਚ ਇਸ ਰੈਵਨਿਊ ਦੇ ਵਿੱਚ 14% ਤੋਂ ਘੱਟ ਗਰੋਥ ਸਟੇਟ ਨੂੰ ਹੁੰਦੀ ਆ, ਤਾਂ 2022 ਤੱਕ ਸੈਂਟਰ ਗੌਰਮੈਂਟ ਵੱਲੋਂ ਇਹ ਕਿਹਾ ਗਿਆ ਸੀਗਾ ਕਿ 5 ਸਾਲਾਂ ਦੇ ਲਈ 2017 ਤੋਂ ਲੈ ਕੇ 2022 ਤੱਕ ਜਿਹੜੀਆਂ ਇਹਨਾਂ ਸਟੇਟਸ ਦਾ ਜਿਹੜਾ ਘਾਟਾ ਹੈਗਾ ਉਹ ਸੈਂਟਰ ਗੌਰਮੈਂਟ ਇਸ ਫੰਡ ਦੇ ਵਿੱਚੋਂ ਸੈਸ ਫੰਡ ਦੇ ਵਿੱਚ ਪੂਰਾ ਕਰੂਗੀ। ਠੀਕ ਹੈ ਜੀ, ਜਿਵੇਂ ਦੇਖੋ GST ਜਿਹੜਾ ਸੈਸ ਆ ਉਹ ਲੈਵੀ ਕੀਤਾ ਜਾਂਦਾ ਪਾਨ ਮਸਾਲਾ ਤੇ,
सिगरेट ਦੇ ਉੱਪਰ, ਤੰਬਾਕੂ ਦੇ ਉੱਪਰ, ਕੋਲ ਦੇ ਉੱਪਰ, ਠੀਕ ਹੈ ਨਾ, ਇਹਨਾਂ ਸਾਰਿਆਂ ਗੁੱਡਸ ਦੇ ਉੱਪਰ ਜਿਹੜਾ ਸੀਗਾ ਇਹ ਸੈਸ ਲਗਾਇਆ ਜਾਂਦਾ ਸੀ, ਠੀਕ ਹੈ ਜੀ। ਹੁਣ ਦੇਖੋ ਗੱਲ ਆ ਜਾਂਦੀ ਹੈ ਰਜਿਸਟ੍ਰੇਸ਼ਨ ਦੀ, ਕਿਹੜੇ ਕਿਹੜੇ ਪਰਸਨ ਨੂੰ, ਠੀਕ ਹੈ ਨਾ, ਰਜਿਸਟ੍ਰੇਸ਼ਨ ਕਰਵਾਉਣੀ ਜ਼ਰੂਰੀ ਹੈ GST ਦੇ ਅੰਦਰ। ਇਹਦੇ ਵਿੱਚ ਦੇਖੋ ਕੈਟਾਗਰਾਈਜ਼ ਕੀਤਾ ਗਿਆ ਹੈਗਾ ਗੁੱਡਸ ਦਾ ਐਂਡ ਸਰਵਿਸਿਜ਼ ਦਾ। ਹੁਣ ਜਦੋਂ ਆਪਾਂ ਸੇਲ ਆਫ ਗੁੱਡਸ ਦੀ ਗੱਲ ਕਰਦੇ, ਜਿਹੜੀ ਨਾਰਮਲ ਸਟੇਟਸ ਆ ਉਹਨਾਂ ਲਈ ਕੀ ਹੈਗਾ ਕਿ ਕੋਈ ਵੀ ਪਰਸਨ ਜਾਂ ਕੋਈ ਵੀ ਕੰਪਨੀ ਜਿਹੜੀ 40 ਲੱਖ ਤੋਂ ਜ਼ਿਆਦਾ ਟਰਨਓਵਰ ਕਰ ਰਹੀ ਹੈ ਉਹਨੂੰ ਰਜਿਸਟ੍ਰੇਸ਼ਨ ਕਰਵਾਉਣੀ ਜ਼ਰੂਰੀ ਹੈ। ਐਂਡ ਸਪੈਸ਼ਲ ਕੈਟਾਗਰੀ ਦੀਆਂ ਸਟੇਟਸ ਹੋ ਗਈਆਂ ਜਿਵੇਂ ਹਿਲੀ ਸਟੇਟਸ ਆ ਗਈਆਂ ਜਾਂ ਨਾਰਥ ਈਸਟ ਸਟੇਟਸ ਆ ਗਈਆਂ, ਉਹਨਾਂ ਲਈ ਇਹ ਲਿਮਿਟ ਹੈਗੀ ਜੀ 20 ਲੱਖ। ਐਂਡ ਜਿਹੜੇ ਵੀ ਕੋਈ ਐਂਟੀਟੀ ਸਰਵਿਸਿਜ਼ ਨਾਲ ਡੀਲ ਕਰ ਰਹੀ ਆ ਉਹਦੇ ਵਿੱਚ ਕੀ ਹੈ ਲਿਮਿਟ 20 ਲੱਖ ਆ ਨਾਰਮਲ ਸਟੇਟਸ ਦੇ ਲਈ ਐਂਡ 10 ਲੱਖ ਹੈਗੀ ਹੈ ਸਪੈਸ਼ਲ ਸਟੇਟਸ ਦੇ ਲਈ। ਹੁਣ ਗੱਲ ਆਉਂਦੀ ਜੀ ਕੰਪਲਸਰੀ ਰਜਿਸਟ੍ਰੇਸ਼ਨ, ਕਿ ਕਿਹੜੇ ਪਰਸਨਸ ਨੂੰ ਰਜਿਸਟ੍ਰੇਸ਼ਨ ਕਰਵਾਉਣੀ ਪੈਣੀ ਹੈ। ਜਿਹੜਾ ਕੋਈ ਪਰਸਨ ਇੰਟਰ ਸਟੇਟ ਸਪਲਾਇਰ ਆ, ਮਤਲਬ ਕਿ ਪੰਜਾਬ ਤੋਂ ਗੁਜਰਾਤ ਜਿਹੜਾ ਚੀਜ਼ਾਂ ਦੀ ਸੇਲ ਕਰਦਾ, ਕੈਜੂਅਲ ਟੈਕਸ ਪੇਅਰ ਆ, ਮਤਲਬ ਕਦੇ ਕਦੇ ਮਤਲਬ ਕਿ ਬਿਜ਼ਨਸ ਕਰਦਾ ਹੋ ਹਨਾ, ਜਿਹਦਾ ਕਿ ਕੋਈ ਬਿਜ਼ਨਸ ਚੰਗੀ ਤਰ੍ਹਾਂ ਸੈਟਅਪ ਨਹੀਂ ਹੋਇਆ ਹੈਗਾ, ਕੋਈ ਡੈਡੀਕੇਟਡ ਉਹਦਾ ਬਿਜ਼ਨਸ ਆਫਿਸ ਨਹੀਂ ਹੈਗਾ, ਕੈਜੂਅਲ ਟੈਕਸ ਪੇਅਰ ਆ, ਉਹਨੂੰ ਇਸ ਸਕੀਮ ਅੰਡਰ ਰਜਿਸਟਰ ਕਰਵਾਉਣਾ ਜ਼ਰੂਰੀ ਆ। ਨੌਨ ਰੈਜ਼ੀਡੈਂਟ ਟੈਕਸੇਬਲ ਪਰਸਨ ਹੋ ਗਿਆ, ਪਰਸਨ ਟੈਕਸੇਬਲ ਅੰਡਰ ਰਿਵਰਸ ਚਾਰਜ ਬੇਸਿਸ। ਹੁਣ ਇਹਦੇ ਬਾਰੇ ਵੀ ਆਪਾਂ ਦੇਖੋ ਬਾਅਦ ਚ ਡਿਸਕਸ ਕਰਾਂਗੇ ਕਿ ਆਹ ਕੀ ਹੁੰਦਾ। ਐਵਰੀ ਈ ਕਾਮਰਸ ਐਗਰੀਗੇਟਰ ਹੋ ਗਿਆ, ਉਹਨੂੰ ਵੀ ਇਸ ਅੰਡਰ ਜਿਹੜਾ ਹੈਗਾ ਰਜਿਸਟਰ ਕਰਨਾ ਹੀ ਕਰਨਾ ਪੈਣਾ। ਹੁਣ ਗੱਲ ਆਉਂਦੀ ਹੈ ਜੀ ਕੰਪੋਜੀਸ਼ਨ ਸਕੀਮ ਦੀ, ਜਿਹੜੇ ਨਾਰਮਲ ਹੁੰਦੇ ਆ ਨਾਰਮਲ ਸਕੀਮ ਦੇ ਅੰਡਰ ਉਹਨਾਂ ਨੂੰ ਮੰਥਲੀ ਜਿਹੜੀ ਰਿਟਰਨ ਆ ਉਹ ਫਾਈਲ ਕਰਨੀ ਪੈਂਦੀ ਹੁੰਦੀ, ਲੇਕਿਨ ਇਸ ਸਕੀਮ ਅੰਡਰ ਜਿਹੜੇ ਸਮਾਲ ਟੈਕਸ ਪੇਅਰ ਆ, ਠੀਕ ਹੈ, ਉਹਨਾਂ ਨੂੰ ਇੱਕ ਛੋਟ ਦਿੱਤੀ ਗਈ ਹੈ ਕਿ ਕੰਪੋਜੀਸ਼ਨ ਸਕੀਮ ਲੈ ਲਓ। ਇਸ ਸਕੀਮ ਦੇ ਅੰਡਰ ਕੀ ਹੁੰਦਾ ਗਾ ਕਿ ਹਰੇਕ ਮੰਥ ਉਹਨਾਂ ਨੂੰ ਟੈਕਸ ਨਹੀਂ ਪੇ ਕਰਨਾ ਪੈਂਦਾ, ਉਹਨਾਂ ਨੂੰ ਕੁਆਟਰਲੀ ਟੈਕਸ ਪੇ ਕਰਨਾ ਪੈਂਦਾ। ਇਹਦੇ ਵਾਸਤੇ ਪਰ ਇੱਕ ਕੰਡੀਸ਼ਨ ਕਿ ਕੋਈ ਵੀ ਐਂਟੀਟੀ ਜਿਹੜੀ ਮੈਨੂਫੈਕਚਰਿੰਗ ਦੇ ਵਿੱਚ ਹੈਗੀ ਆ ਐਂਡ ਉਹ ਨਾਰਮਲ ਸਟੇਟ ਨੂੰ ਬਿਲੋਂਗ ਕਰਦੀ ਆ ਤਾਂ 1.5 ਕਰੋੜ ਤੱਕ, ਠੀਕ ਹੈ ਨਾ, ਜੇਕਰ ਉਹਦੀ ਟਰਨਓਵਰ ਹੈਗੀ ਹੈ ਤਾਂ ਉਹ ਕੰਪੋਜੀਸ਼ਨ ਸਕੀਮ ਲੈ ਸਕਦੀ ਹੈ। ਲੇਕਿਨ ਨਾਰਥ ਈਸਟ ਸਟੇਟ ਦੇ ਵਿੱਚ ਇਹ ਲਿਮਿਟ ਹੈਗੀ ਹੈ 75 ਲੱਖ। ਐਂਡ ਜਿਹੜੀ ਐਂਟੀਟੀ ਸਰਵਿਸਿਜ਼ ਦੇ ਵਿੱਚ ਹੈਗੀ ਆ ਉਹਦੇ ਲਈ ਇਹ ਲਿਮਿਟ ਹੈਗੀ 50 ਲੱਖ ਫॉर ਬੋਥ ਨਾਰਮਲ ਐਂਡ ਨਾਰਥ ਈਸਟ ਸਟੇਟਸ। ਲੇਕਿਨ ਕੁਛ ਕੁ ਇਸ ਤਰ੍ਹਾਂ ਦੇ ਪ੍ਰੋਡਕਟ ਹੈਗੇ ਆ ਜੇਕਰ ਕੋਈ ਵੀ ਪਰਸਨ ਉਹਨਾਂ ਪ੍ਰੋਡਕਟਸ ਨਾਲ ਬਿਜ਼ਨਸ ਕਰ ਰਿਹਾ ਤਾਂ ਉਹ ਇਸ ਕੰਪੋਜੀਸ਼ਨ ਦੇ ਅੰਡਰ ਜਿਹੜਾ ਹੈਗਾ ਐਲੀਜੀਬਲ ਨਹੀਂ ਹੈਗਾ, ਜਿਵੇਂ ਆਈਸਕ੍ਰੀਮ ਹੋ ਗਿਆ, ਪਾਨ, ਤੰਬਾਕੂ ਹੋ ਗਿਆ, ਇੰਟਰ ਸਟੇਟ ਸਪਲਾਈ ਕਰ ਰਿਹਾ, ਜਾਂ ਕੋਈ ਈ ਕਾਮਰਸ ਪਲੇਅਰ ਜਿਵੇਂ ਆਪਾਂ ਕਹਿ ਲਈਏ ਕਿ ਐਮਾਜ਼ੋਨ, ਫਲਿੱਪਕਾਰਟ ਹੋ ਗਏ, ਤਾਂ ਉਹ ਐਲੀਜੀਬਲ ਨਹੀਂ ਹੈਗੇ। ਐਂਡ ਇਸ ਸਕੀਮ ਦੇ ਅੰਡਰ ਇਨਪੁਟ ਟੈਕਸ ਕ੍ਰੈਡਿਟ ਨਹੀਂ ਦਿੱਤਾ ਜਾਂਦਾ। ਇਨਪੁਟ ਟੈਕਸ ਕ੍ਰੈਡਿਟ ਕੀ ਹੈ ਇਹ ਅੱਗੇ ਡਿਸਕਸ ਕਰਾਂਗੇ ਆਪਾਂ। ਹੁਣ ਇਹਦੇ ਅੰਡਰ ਦੇਖੋ ਜਿਹੜੇ ਰੇਟਸ ਆ ਉਹ ਕੀ ਹੁੰਦੇ ਆ ਕਿ ਜਿਹੜੀ ਐਂਟੀਟੀ ਮੈਨੂਫੈਕਚਰਿੰਗ ਦੇ ਵਿੱਚ ਆ ਉਹਨੂੰ 0.5% ਸੈਂਟਰਲ GST ਪੇ ਕਰਨਾ ਪੈਂਦਾ, 0.5% ਸਟੇਟ ਦਾ, ਟੋਟਲ 1% ਪੇ ਕਰਨਾ ਪੈਂਦਾ। ਜਿਹੜੇ ਸਮਾਲ ਸਰਵਿਸ ਪ੍ਰੋਵਾਈਡਰ ਆ ਉਹਨਾਂ ਨੂੰ 6%, ਐਂਡ ਉਹ ਰੈਸਟੋਰੈਂਟ ਜਿਹੜੇ ਕਿ ਅਲਕੋਹਲ ਸਰਵ ਨਹੀਂ ਕਰ ਰਹੇ ਉਹਨਾਂ ਨੂੰ ਕਰਨਾ ਪੈਂਦਾ ਹੈਗਾ ਜੀ 5%। ਇੱਕ ਦੇਖੋ ਤੁਸੀਂ ਧਿਆਨ ਰੱਖਣਾ ਕਿ ਇਸ ਸਕੀਮ ਦੇ ਅੰਡਰ ਨਾਰਮਲ, ਮੈਂ ਸਾਰੀ GST ਦੀ ਗੱਲ ਕਰ ਰਿਹਾ ਸਿਰਫ ਇਸ ਸਕੀਮ ਦੀ ਨਹੀਂ, ਕਿ GST ਦੇ ਅੰਡਰ ਪਤਾ ਕੀ ਹੈ ਵੇਰੀਅਸ ਟਾਈਪ ਦੀਆਂ ਰਿਟਰਨ ਹੁੰਦੀਆਂ, ਨੀਅਰਲੀ ਆਪਾਂ ਕਹਿ ਲਈਏ ਵੀ 10 ਤੋਂ ਲੈ ਕੇ 15 ਟਾਈਪ ਦੀ ਰਿਟਰਨ ਹੈਗੀਆਂ। ਲੇਕਿਨ ਉਹ ਸਾਰੀਆਂ ਰਿਟਰਨਸ ਬਾਰੇ ਜਾਣਕਾਰੀ ਹਾਸਲ ਕਰਨਾ ਆਪਣੇ ਲਈ ਪੇਪਰ ਦੇ ਪੁਆਇੰਟ ਆਫ ਵਿਊ ਜ਼ਰੂਰੀ ਨਹੀਂ ਹੈਗਾ। ਆਪਾਂ ਕੁਛ ਕੁ ਜਿਹੜੀਆਂ ਪੇਪਰ ਦੇ ਪੁਆਇੰਟ ਆਫ ਵਿਊ ਜ਼ਰੂਰੀ ਉਹਨਾਂ ਬਾਰੇ ਡਿਸਕਸ ਕਰਦੇ ਹਾਂ। ਜਿਵੇਂ GSTR4 ਹੁੰਦੀ ਆ, ਇਹ ਜਿਹੜੇ ਪਰਸਨ ਕੰਪੋਜੀਸ਼ਨ ਸਕੀਮ ਅੰਡਰ ਆ ਉਹਨਾਂ ਨੇ ਫਾਈਲ ਕਰਨੀ ਹੁੰਦੀ ਹੈ, ਠੀਕ ਹੈ। ਇੱਕ GSTR9 ਹੁੰਦੀ ਆ, ਇਹ ਜਿਹੜਾ ਨਾਰਮਲ ਟੈਕਸ ਪੇਅਰ ਹੈਗਾ ਉਹਨੇ ਪੇ ਕਰਨੀ ਹੁੰਦੀ ਹੈ, ਜਿਹੜੀ ਕਿ ਐਨੂਅਲੀ ਹੁੰਦੀ ਹੈ ਨਾ। ਐਂਡ GSTR10 ਹੁੰਦੀ ਹੈ, ਇਹ ਉਸ ਪਰਸਨ ਨੇ ਫਾਈਨਲ ਰਿਟਰਨ ਪੇ ਕਰਨੀ ਹੁੰਦੀ ਹੈ ਜਿਹਦੀ GST ਰਜਿਸਟ੍ਰੇਸ਼ਨ ਕੀ ਹੋ ਚੁੱਕੀ ਹੈ, ਕੈਂਸਲ ਹੋ ਚੁੱਕੀ ਹੈ, ਠੀਕ ਹੈ ਨਾ, ਉਹਨੇ ਫਾਈਨਲ ਰਿਟਰਨ ਹੀ ਪੇ ਕਰਨੀ ਹੁੰਦੀ ਹੈ, ਠੀਕ ਹੈ ਜੀ। ਐਂਡ ਇਸ ਤੋਂ ਇਲਾਵਾ ਇੱਕ ਹੋਰ ਚੀਜ਼ ਤੁਸੀਂ ਧਿਆਨ ਰੱਖਣੀ ਹੈ GST ਨੈਟਵਰਕ। ਇਹ ਦੇਖੋ ਜਿੰਨਾ ਵੀ GST ਡਾਟਾ ਹੁੰਦਾ ਉਹ ਇਸ ਨੈਟਵਰਕ ਤੇ ਹੁੰਦਾ। ਇਹਦੇ ਵਿੱਚ ਕੀ ਆ 49% ਜਿਹੜਾ ਸ਼ੇਅਰ ਆ ਸੈਂਟਰਲ ਗੌਰਮੈਂਟ ਪਲੱਸ ਸਟੇਟ ਗੌਰਮੈਂਟ ਦਾ, 51% ਜਿਹੜਾ ਸ਼ੇਅਰ ਆ ਉਹ ਪ੍ਰਾਈਵੇਟ ਐਂਟੀਟੀਜ਼ ਦਾ। ਤਾਂ ਇਟ ਮੀਨਸ ਕਿ ਇਹ ਨੌਨ ਗਵਰਨਮੈਂਟ ਇੱਕ ਆਰਗੇਨਾਈਜੇਸ਼ਨ ਆ, ਠੀਕ ਹੈ ਜੀ, ਬਿਕੋਜ਼ ਕਿ ਮੈਜੋਰਿਟੀ ਜਿਹੜਾ ਹੋਲਡਰ ਹੈਗਾ ਉਹ ਪ੍ਰਾਈਵੇਟ ਸੈਕਟਰ। ਅੱਗੇ ਆਪਾਂ ਗੱਲ ਕਰਦੇ ਹੈਗੇ ਜੀ ਇਨਪੁਟ ਟੈਕਸ ਕ੍ਰੈਡਿਟ ਦੀ। ਹੁਣ ਇਹਨੂੰ ਇੱਕ ਐਗਜ਼ਾਮਪਲ ਨਾਲ ਸਮਝੋ। ਮੰਨ ਲਓ ਕੋਈ ਪ੍ਰੋਡਕਟ D ਆ,
ਉਹਨੂੰ ਬਣਾਇਆ ਗਿਆ ਗਾ A, B ਤੇ C ਦਾ use ਕਰਕੇ। ਮੰਨ ਲਓ ਕਿਸੇ person ਨੇ ਜਦੋਂ A purchase ਕੀਤਾ ਉਹਨੂੰ 100 ਰੁਪਏ tax pay ਕਰਨਾ ਪਿਆ, ਜਦੋਂ ਉਹਨੇ B product purchase ਕੀਤਾ ਉਦੋਂ ਉਹਨੂੰ 50 ਰੁਪਏ pay ਕਰਨਾ ਪਿਆ, ਜਦੋਂ ਉਹਨੇ C purchase ਕੀਤਾ ਉਹਨੂੰ 30 ਰੁਪਏ pay ਕਰਨਾ ਪਿਆ। ਤਾਂ ਹੁਣ ਤੱਕ ਕਿੰਨਾ pay ਕਰਤਾ ਉਹਨੇ 180 ਰੁਪਏ, ਠੀਕ ਹੈ ਨਾ। ਲੇਕਿਨ ਜਦੋਂ ਸਾਰਾ ਫਾਈਨਲ ਪ੍ਰੋਡਕਟ ਤਿਆਰ ਹੋ ਗਿਆ ਤਾਂ ਉਸ ਪ੍ਰੋਡਕਟ ਤੇ ਵੀ ਉਹਨੂੰ GST ਪੇ ਕਰਨਾ ਪਿਆ, ਉਹ ਸੀਗਾ 250, ਠੀਕ ਹੈ ਨਾ। ਹੁਣ ਦੇਖੋ 180 ਪਹਿਲਾਂ ਹੀ ਪੇ ਕਰ ਚੁੱਕਿਆ, ਉਹ 250 ਫੇਰ ਪੇ ਕਰਨਾ ਪਿਆ। ਤਾਂ ਜਿਹੜਾ ਹੁਣ ਇਹਦਾ ਆਹ 180 ਰੁਪਏ ਹੋਣਗੇ ਉਹ ਉਹਨੂੰ ਇਨਪੁਟ ਟੈਕਸ ਕ੍ਰੈਡਿਟ ਦੇ ਤੌਰ ਤੇ ਉਹਦੀ ਲੈਜਰ ਦੇ ਵਿੱਚ ਕੀ ਆ ਜਾਣਗੇ ਜੀ, ਵਾਪਸ ਆ ਜਾਣਗੇ, ਠੀਕ ਹੈ ਨਾ। ਤਾਂ ਐਕਚੁਅਲ ਦੇ ਵਿੱਚ ਉਹਨੂੰ ਕਿੰਨਾ ਟੈਕਸ ਪੇ ਕਰਨਾ ਪਿਆ, ਓਨਲੀ 70। ਓਕੇ ਜੀ। ਹੁਣ ਅੱਗੇ ਗੱਲ ਆ ਗਈ ਜੀ ਈ-ਵੇ ਬਿੱਲ ਦੀ। ਈ-ਵੇ ਬਿੱਲ ਕੀ ਹੈ ਜੀ, ਇਹ ਇੱਕ ਇਲੈਕਟ੍ਰੋਨਿਕਲੀ ਜਨਰੇਟਡ ਬਿੱਲ ਹੁੰਦਾ ਹੈਗਾ। ਇਹ ਕੀ ਹੁੰਦਾ ਕਿ ਜਦੋਂ ਗੁਡਸ ਦੀ ਟਰਾਂਸਪੋਰਟੇਸ਼ਨ ਹੋ ਰਹੀ ਹੈ, ਠੀਕ ਹੈ ਨਾ, ਜੇਕਰ 50,000 ਤੋਂ ਵੱਧ ਵੈਲਿਊਜ਼ ਦੀਆਂ ਗੁਡਸ ਨੂੰ ਟਰਾਂਸਪੋਰਟ ਕੀਤਾ ਜਾ ਰਿਹਾ, ਚਾਹੇ ਉਹ ਸਟੇਟ ਦੇ ਵਿੱਚ ਚਾਹੇ ਉਹ ਸਟੇਟ ਤੋਂ ਬਾਹਰ ਆ, ਤਾਂ ਈ-ਵੇ ਬਿੱਲ ਜਿਹੜਾ ਹੈਗਾ ਜਨਰੇਟ ਕਰਨਾ ਜ਼ਰੂਰੀ ਹੁੰਦਾ। ਇੱਕ ਦਿਨ ਦੇ ਲਈ ਇਹ ਵੈਲਿਡ ਹੁੰਦਾ ਐਂਡ ਫॉर ਮੂਵਮੈਂਟ ਆਫ ਗੁਡਸ ਫॉर 100 ਕਿਲੋਮੀਟਰ, ਠੀਕ ਹੈ ਜੀ। ਇਹਦੇ ਵਿੱਚ ਕੀ ਹੁੰਦਾ ਗਾ, ਡੀਟੇਲ ਆਫ ਗੁਡਸ ਹੁੰਦੀ ਆ, ਟਰਾਂਸਪੋਰਟ ਹੁੰਦੀ ਆ, ਕੌਣ ਇਹਨੂੰ ਰਿਸੀਵ ਕਰੂਗਾ, ਕੌਣ ਇਹਨੂੰ ਕੰਸਾਈਨ ਕਰ ਰਿਹਾ, ਓਕੇ ਜੀ। ਐਂਡ ਇਸ ਤੋਂ ਇਲਾਵਾ ਇੱਕ ਨੈਸ਼ਨਲ ਐਂਟੀ ਪ੍ਰੋਫਿਟਿੰਗ ਅਥਾਰਟੀ, ਨੈਸ਼ਨਲ ਐਂਟੀ ਪ੍ਰੋਫਿਟਿੰਗ ਅਥਾਰਟੀ, ਇਹਦੇ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ। ਇਹ ਇੱਕ ਦੇਖੋ ਸਟੈਟਿਊਟਰੀ ਬੋਡੀ ਹੈਗੀ ਆ ਅੰਡਰ CGST ਐਕਟ। ਹੁਣ ਇਹਦਾ ਕੰਮ ਕੀ ਹੁੰਦਾ, ਸਪੋਜ਼ ਕਰੋ ਗੌਰਮੈਂਟਸ ਨੇ ਕੀ ਕੀਤਾ ਕਿ ਜਿਹੜਾ GST ਆ ਉਹਦਾ ਰੇਟ ਘਟਾਤਾ, ਲੇਕਿਨ ਜਿਹੜਾ ਪਰਸਨ ਸੇਲ ਕਰ ਰਿਹਾ ਉਹਨੇ ਕੀ ਕੀਤਾ, ਟੈਕਸ ਦਾ ਰੇਟ ਨਹੀਂ ਘਟਾਇਆ। ਇਟ ਮੀਨਸ ਕਿ ਉਹ ਪ੍ਰੋਫਿਟ ਕਮਾ ਰਿਹਾ, ਠੀਕ ਹੈ ਨਾ। ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਵੀ ਕੋਈ ਐਕਟੀਵਿਟੀਜ਼ ਚੱਲ ਰਹੀਆਂ ਹੈਗੀਆਂ ਉਹਨਾਂ ਨੂੰ ਰੋਕਣ ਵਾਸਤੇ ਇਸ ਅਥਾਰਟੀ ਨੂੰ ਬਣਾਇਆ ਗਿਆ ਕਿ ਜੇਕਰ ਰੇਟ ਰਿਡਿਊਸ ਹੁੰਦਾ ਤਾਂ ਇਸ ਅਥਾਰਟੀ ਨੇ ਇਨਸ਼ੋਰ ਕਰਨਾ ਕਿ ਕੰਜ਼ਿਊਮਰ ਨੂੰ ਪਾਸ ਔਨ ਹੋਣਾ ਜ਼ਰੂਰੀ ਹੈ। ਐਂਡ ਇਸ ਅਥਾਰਟੀ ਦੇ ਜਿਹੜੇ ਡਿਸੀਜਨ ਆ ਉਹ ਹਾਈ ਕੋਰਟ ਦੇ ਵਿੱਚ ਚੈਲੰਜ ਕੀਤੇ ਜਾ ਸਕਦੇ, ਠੀਕ ਹੈ ਜੀ। ਹੁਣ ਅੱਗੇ ਆ ਗਿਆ ਜੀ ਫਾਈਨੈਂਸ ਕਮਿਸ਼ਨ। ਫਾਈਨੈਂਸ ਕਮਿਸ਼ਨ ਦੇਖੋ ਆਪਾਂ ਨੂੰ ਪਤਾ ਹੈ ਇੱਕ ਕੰਸਟੀਟਿਊਸ਼ਨਲ ਬੋਡੀ ਹੈਗੀ ਆ ਐਂਡ ਇਹ ਕਿਹੜੇ ਆਰਟੀਕਲ ਅੰਡਰ ਐਸਟੈਬਲਿਸ਼ ਕੀਤੀ ਜਾਂਦੀ ਹੈ ਤੁਸੀਂ ਮੈਨੂੰ ਦੱਸਣਾ, ਠੀਕ ਹੈ ਜੀ। ਐਵਰੀ 5 ਈਅਰ ਪ੍ਰੈਜ਼ੀਡੈਂਟ ਵੱਲੋਂ ਇਹਨੂੰ ਕੰਸਟੀਟਿਊਟ ਕੀਤਾ ਜਾਂਦਾ ਐਂਡ ਇਹਦੀਆਂ ਜਿਹੜੀਆਂ ਬਾਕੀ ਦੀਆਂ ਕੰਸਟੀਟਿਊਸ਼ਨਲ ਪ੍ਰੋਵੀਜ਼ਨਸ ਹੈਗੀਆਂ ਇਹ ਤੁਸੀਂ ਲਕਸ਼ਮੀਕਾਂਤ ਦੀ ਪੋਲਿਟੀ ਦੇ ਵਿੱਚ ਜਾ ਕੇ ਦੇਖਣੀ ਹੈ, ਬਿਕੋਜ਼ ਆਪਾਂ ਇਕਨੋਮੀ ਕਵਰ ਕਰ ਰਹੇ ਹਾਂ, ਠੀਕ ਹੈ ਨਾ। ਤਾਂ ਇੱਥੇ ਪੋਲਿਟੀ ਦਾ ਜਿਹੜਾ ਪਾਰਟ ਆ ਉਹ ਕਵਰ ਨਹੀਂ ਕਰਾਂਗੇ। ਜਿਹੜਾ 15th ਫਾਈਨੈਂਸ ਕਮਿਸ਼ਨ ਦੇਖੋ ਇਹਨੂੰ ਚੇਅਰ ਕੀਤਾ ਜਾ ਰਿਹਾ ਜੀ NK ਸਿੰਘ ਦੁਆਰਾ। ਦਿਸ ਇਜ਼ ਵੈਰੀ ਇੰਪੋਰਟੈਂਟ, ਠੀਕ ਹੈ ਨਾ। ਇਸ ਫਾਈਨੈਂਸ ਕਮਿਸ਼ਨ ਨੇ 2 ਵਾਰੀ ਰਿਕਮੈਂਡੇਸ਼ਨ ਦਿੱਤੀਆਂ, ਵੈਸੇ ਜਨਰਲੀ 1 ਵਾਰ ਰਿਕਮੈਂਡੇਸ਼ਨਸ ਹੁੰਦੀਆਂ, ਲੇਕਿਨ ਆਪਾਂ ਨੂੰ ਪਤਾ ਕਿ ਜੰਮੂ ਕਸ਼ਮੀਰ ਦੇ ਕਰਕੇ ਇਸ ਜਿਹੜਾ ਫਾਈਨੈਂਸ ਕਮਿਸ਼ਨ ਆ ਉਹਨੂੰ 2 ਵਾਰ ਰਿਕਮੈਂਡੇਸ਼ਨ ਦੇਣੀਆਂ ਪਈਆਂ। ਫਸਟ ਜਿਹੜੀ ਰਿਪੋਰਟ ਆਈ ਸੀ ਇਹਦੀ ਉਹ ਫਾਈਨੈਂਸ਼ੀਅਲ ਈਅਰ 2021 ਦੇ ਲਈ ਆਈ ਸੀ ਐਂਡ ਜਿਹੜੀ ਸੈਕੰਡ ਰਿਪੋਰਟ ਆਈ ਸੀ ਉਹ ਆਈ ਸੀ 2026 ਦੇ ਲਈ, ਠੀਕ ਹੈ ਨਾ। ਹੁਣ ਦੇਖੋ ਫਾਈਨੈਂਸ ਕਮਿਸ਼ਨ ਬਣਾਉਣ ਦਾ ਇੱਕ ਜਿਹੜਾ ਬੇਸਿਕ ਪਰਪਸ ਇਹ ਹੁੰਦਾ ਹੈਗਾ ਕਿ ਜਿਹੜੇ ਟੈਕਸ ਦੀ ਡੈਵੋਲੂਸ਼ਨ ਆ ਉਹ ਸਟੇਟ ਦੇ ਵਿੱਚ ਕਿਵੇਂ ਹੋਊ, ਕਿੰਨੇ % ਜਿਹੜਾ ਟੈਕਸ ਆ ਉਹ ਸੈਂਟਰਲ ਗੌਰਮੈਂਟ ਨੇ ਰੱਖਣਾ ਹੈ, ਕਿੰਨੇ % ਜਿਹੜਾ ਟੈਕਸ ਹੈਗਾ ਉਹ ਸਟੇਟ ਗੌਰਮੈਂਟ ਨੇ ਰੱਖਣਾ ਹੈਗਾ, ਉਸ ਤੋਂ ਬਾਅਦ ਕਿਹੜੀ ਸਟੇਟ ਨੂੰ ਕਿੰਨੇ % ਜਿਹੜਾ ਟੈਕਸ ਦੇਣਾ ਹੈਗਾ, ਇਹ ਸਾਰੇ ਜਿਹੜੇ ਪ੍ਰਿੰਸੀਪਲ ਆ ਇਹ ਨਿਰਧਾਰਿਤ ਕਰਦਾ ਹੁੰਦਾ ਫਾਈਨੈਂਸ ਕਮਿਸ਼ਨ। ਐਂਡ ਫਾਈਨੈਂਸ ਕਮਿਸ਼ਨ ਇਹਨਾਂ ਨੂੰ ਨਿਰਧਾਰਿਤ ਕਰਨ ਵਾਸਤੇ ਦੇਖੋ ਕਾਫੀ ਦੇਖੋ ਮੱਥਾ ਮਾਰਨਾ ਪੈਂਦਾ ਉਹਨਾਂ ਨੂੰ, ਠੀਕ ਹੈ ਨਾ। ਉਹ ਆਪਾਂ ਅੱਗੇ ਦੇਖਦੇ ਹਾਂ ਵੀ ਕਿਹੜੇ ਜਿਹੜੇ ਚੀਜ਼ਾਂ ਹੈਗੀਆਂ ਉਹ ਧਿਆਨ ਦੇ ਵਿੱਚ ਰੱਖਦੇ ਆ, ਠੀਕ ਹੈ ਨਾ। ਤਾਂ ਰਿਕਮੈਂਡੇਸ਼ਨ ਦੇਖੋ ਕੀ ਆਈ ਸੀਗੀ 15th ਫਾਈਨੈਂਸ ਕਮਿਸ਼ਨ ਦੀ ਕਿ ਜਿੰਨਾ ਵੀ ਸ਼ੇਅਰ ਹੋਊਗਾ ਸੈਂਟਰਲ ਟੈਕਸਿਸ ਦੇ ਵਿੱਚ ਉਹਦੇ ਚੋਂ 41% ਜਿਹੜਾ ਸ਼ੇਅਰ ਹੈਗਾ ਉਹ ਸਟੇਟਾਂ ਨੂੰ ਦਿੱਤਾ ਜਾਊਗਾ। ਐਂਡ ਪੰਜਾਬ ਦਾ ਸ਼ੇਅਰ ਕਿੰਨਾ ਸੀਗਾ ਜੀ, ਓਨਲੀ 1.8%, ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਹੁਣ ਕ੍ਰਾਈਟੇਰੀਆ ਕਿਹੜਾ ਯੂਜ਼ ਕੀਤਾ ਗਿਆ ਸੀ ਦੇਖੋ ਇਹਨਾਂ ਦੁਆਰਾ। ਫਸਟ ਸੀਗਾ ਇਨਕਮ ਡਿਸਟੈਂਸ ਦਾ ਐਂਡ ਇਹਨੂੰ ਸ਼ੇਅਰ ਦਿੱਤਾ ਗਿਆ ਸੀ 45%। ਇਹਦਾ ਮੀਨਿੰਗ ਕੀ ਸੀਗਾ, ਡਿਸਟੈਂਸ ਆਫ ਅ ਸਟੇਟਸ ਇਨਕਮ ਫਰੋਮ ਹਾਈਐਸਟ ਇਨਕਮ ਸਟੇਟ, ਮਤਲਬ ਕਿ ਜੇਕਰ ਮੰਨ ਲਓ ਕਿਸੇ ਸਟੇਟ ਨੂੰ ਇਹਨਾਂ ਨੇ ਟੈਕਸ ਡੈਵੋਲੂਟ ਕਰਨਾ ਤਾਂ ਇਹ ਕੀ ਕਰਨਗੇ, ਉਸ ਸਟੇਟ ਦੀ ਇਨਕਮ ਪਲੱਸ ਜਿਹੜੀ ਸਟੇਟ ਸਭ ਤੋਂ ਵੱਧ ਪੈਸਾ ਜਿਹੜਾ ਹੈ ਕਮਾ ਰਹੀ ਹੈ ਉਹਦੇ ਵਿੱਚ ਡਿਫਰੈਂਸ ਦੇਖਣਗੇ, ਠੀਕ ਹੈ ਜੀ। ਉਸ ਤੋਂ ਬਾਅਦ ਸਟੇਟ ਦਾ ਏਰੀਆ ਕਿੰਨਾ ਉਹਨੂੰ 15% ਜਿਹੜਾ ਸੀਗਾ ਦਿੱਤਾ ਗਿਆ। ਸਟੇਟ ਦੀ 2011 ਦੀ ਪੋਪੂਲੇਸ਼ਨ ਕਿੰਨੀ ਆ 15%। ਡੈਮੋਗ੍ਰਾਫਿਕ ਪਰਫਾਰਮੈਂਸ ਇਹਨੂੰ 12.5%। ਦੇਖੋ ਡੈਮੋਗ੍ਰਾਫਿਕ ਪਰਫਾਰਮੈਂਸ ਦਾ ਮੀਨਿੰਗ ਇਹ ਹੈ ਕਿ ਪੋਪੂਲੇਸ਼ਨ ਨੂੰ ਲੈ ਕੇ ਕਿੰਨੇ ਕੁ ਮੈਜ਼ਰ ਉਹਨਾਂ ਦੁਆਰਾ ਕੀਤੇ ਗਏ, ਠੀਕ ਹੈ ਜੀ, ਪੋਪੂਲੇਸ਼ਨ ਨੂੰ ਕੰਟਰੋਲ ਕਰਨ ਵਾਸਤੇ। 5th ਸੀਗਾ ਕਿ ਫੋਰੈਸਟ ਐਂਡ ਇਕੋਲੋਜੀ,
ਕਿ ਉਸ ਸਟੇਟ ਦੇ ਵਿੱਚ ਡੈਂਸ ਫੋਰੈਸਟ ਜਿਹੜੇ ਹੈਗੇ ਆ ਉਹ ਕਿੰਨੇ ਕੁ, ਉਸ ਚੀਜ਼ ਨੂੰ ਵੀ ਜਿਹੜਾ ਸੀਗਾ 10% ਨੰਬਰ ਦਿੱਤੇ ਗਏ ਸੀਗੇ। ਐਂਡ 6ਵਾਂ ਸੀਗਾ ਜੀ ਟੈਕਸ ਐਂਡ ਫਿਸਕਲ ਐਫਰਟਸ ਕਿੰਨੇ ਲਏ ਗਏ ਸਟੇਟ ਦੁਆਰਾ, ਉਹਨੂੰ 2.5% ਜਿਹੜੀ ਸੀ ਵੈਲਿਊ ਦਿੱਤੀ ਗਈ ਸੀ। ਇਸ ਤੋਂ ਇਲਾਵਾ ਦੇਖੋ ਵੇਰੀਅਸ ਟਾਈਪਸ ਆਫ ਜਿਹੜੀਆਂ ਗ੍ਰਾਂਟਸ ਸੀਗੀਆਂ ਉਹ ਫਾਈਨੈਂਸ ਕਮਿਸ਼ਨ ਦੁਆਰਾ ਰਿਕਮੈਂਡ ਕੀਤੀਆਂ ਗਈਆਂ ਸੀਗੀਆਂ। ਫਾਈਨੈਂਸ ਕਮਿਸ਼ਨ ਨੇ ਇਹ ਕਿਹਾ ਗਿਆ ਸੀਗਾ ਕਿ 17 ਸਟੇਟਸ ਨੂੰ ਰੈਵਨਿਊ ਡੈਫੀਸਿਟ ਗ੍ਰਾਂਟ ਦਿੱਤੀ ਜਾਵੇ। ਠੀਕ ਹੈ ਜੀ, ਰੈਵਨਿਊ ਡੈਫੀਸਿਟ ਕੀ ਹੁੰਦਾ ਇਸ ਚੀਜ਼ ਬਾਰੇ ਆਪਾਂ ਡਿਸਕਸ ਪਹਿਲਾਂ ਹੀ ਕਰ ਚੁੱਕੇ ਹਾਂ। ਜੇਕਰ ਕਿਸੇ ਵੀ ਬੱਚੇ ਨੂੰ ਜਾਂ ਕਿਸੇ ਵੀ ਐਸਪੀਰੈਂਟ ਨੂੰ ਰੈਵਨਿਊ ਡੈਫੀਸਿਟ ਬਾਰੇ ਨਹੀਂ ਪਤਾ ਤਾਂ ਫਿਸਕਲ ਪਾਲਿਸੀ ਦਾ ਪਾਰਟ 1 ਜਾ ਕੇ ਦੇਖ ਸਕਦਾ। ਠੀਕ ਹੈ ਜੀ, ਇਸ ਤੋਂ ਇਲਾਵਾ ਸੈਕਟਰ ਸਪੈਸੀਫਿਕ ਗ੍ਰਾਂਟਸ ਬਾਰੇ ਵੀ ਫਾਈਨੈਂਸ ਕਮਿਸ਼ਨ ਦੁਆਰਾ ਕਿਹਾ ਗਿਆ ਸੀਗਾ ਕਿ ਹੈਲਥ ਸਪੈਸੀਫਿਕ ਗ੍ਰਾਂਟਸ ਜਾਰੀ ਕੀਤੇ ਜਾਣ, ਸਕੂਲ ਐਜੂਕੇਸ਼ਨ ਸਪੈਸੀਫਿਕ, ਹਾਇਰ ਐਜੂਕੇਸ਼ਨ ਸਪੈਸੀਫਿਕ ਐਂਡ ਹੋਰ ਵੀ ਬਹੁਤ ਸਾਰੇ ਜਿਹੜੇ ਏਰੀਆਜ਼ ਹੈਗੇ ਉਹਨਾਂ ਨਾਲ ਸੰਬੰਧਿਤ ਜਿਹੜੀਆਂ ਰਿਕਮੈਂਡੇਸ਼ਨਸ ਦਿੱਤੀਆਂ ਗਈਆਂ ਸੀਗੀਆਂ। ਇਸ ਤੋਂ ਇਲਾਵਾ ਫਾਈਨੈਂਸ ਕਮਿਸ਼ਨ ਨੇ ਇਹ ਕਿਹਾ ਗਿਆ ਸੀਗਾ ਕਿ ਸਟੇਟ ਸਪੈਸੀਫਿਕ ਗ੍ਰਾਂਟ ਵੀ ਦਿੱਤੀਆਂ ਜਾਣ, ਬਿਕੋਜ਼ ਕਈ ਸਟੇਟਸ ਇਸ ਤਰ੍ਹਾਂ ਦੇ ਹੈਗੇ ਜਿਵੇਂ ਹੁਣ ਆਪਾਂ ਬਿਹਾਰ ਦੀ ਗੱਲ ਕਰੀਏ ਜਿੱਥੇ ਕਿ ਪਾਵਰਟੀ ਜ਼ਿਆਦਾ, ਜਿੱਥੇ ਐਜੂਕੇਸ਼ਨ ਲੈਵਲ ਲੋ ਹੈਗੇ ਨੇ ਤਾਂ ਉਹਨਾਂ ਨੂੰ ਉਸ ਤਰ੍ਹਾਂ ਦੀਆਂ ਗ੍ਰਾਂਟਸ ਦਿੱਤੀਆਂ ਜਾਣ ਹਨਾ, ਜਾਂ ਕਈ ਸਟੇਟਸ ਇਸ ਤਰ੍ਹਾਂ ਦੇ ਹੈਗੇ ਜਿੱਥੇ ਜਿਹੜੀਆਂ ਹੈਲਥ ਸਹੂਲਤਾਂ ਚੰਗੀਆਂ ਨਹੀਂ ਹੈਗੀਆਂ ਤਾਂ ਉਹਨਾਂ ਨੂੰ ਉਸ ਤਰ੍ਹਾਂ ਦੀਆਂ ਗ੍ਰਾਂਟਸ ਦਿੱਤੀਆਂ ਜਾਣ। ਇਸ ਤੋਂ ਇਲਾਵਾ 15th ਫਾਈਨੈਂਸ ਕਮਿਸ਼ਨ ਇਹ ਵੀ ਕਿਹਾ ਗਿਆ ਸੀਗਾ ਕਿ ਲੋਕਲ ਬੋਡੀਜ਼ ਨੂੰ ਗ੍ਰਾਂਟਸ ਦਿੱਤੀਆਂ ਜਾਣ ਐਂਡ ਉਹ ਕਿੰਨੇ ਗ੍ਰਾਂਟ ਦਿੱਤੀਆਂ ਜਾਣ ਉਹ ਆਪਾਂ ਨੂੰ ਪੇਪਰ ਦੇ ਪੁਆਇੰਟ ਆਫ ਵਿਊ ਤੋਂ ਕਵਰ ਕਰਨਾ ਜ਼ਰੂਰੀ ਨਹੀਂ ਹੈਗਾ। ਡਿਜ਼ਾਸਟਰ ਮੈਨੇਜਮੈਂਟ ਨੂੰ ਲੈ ਕੇ ਉਹਨਾਂ ਨੇ ਕੀ ਕਿਹਾ ਗਿਆ ਸੀਗਾ ਕਿ ਫੰਡਸ ਟੂ ਬੀ ਗਿਵਨ ਇਨ ਦਿਸ ਰੇਸ਼ੋ, ਕਿ ਜਿਹੜੀਆਂ ਨਾਰਥ ਈਸਟ ਐਂਡ ਹਿਮਾਲਯਨ ਸਟੇਟਸ ਆ ਉਹਨਾਂ ਦੇ ਜਿਹੜੇ ਡਿਜ਼ਾਸਟਰ ਰਿਸਕ ਮੈਨੇਜਮੈਂਟ ਫੰਡ ਆ ਉਹਨਾਂ ਦੀ ਰੇਸ਼ੋ 90-10 ਹੋਣੀ ਚਾਹੀਦੀ, 90 ਸੈਂਟਰ ਦਾ ਸ਼ੇਅਰ ਤੇ 10 ਸ਼ੇਅਰ ਹੋਣਾ ਚਾਹੀਦਾ ਹੈਗਾ ਉਸ ਸਪੈਸੀਫਿਕ ਸਟੇਟ ਦਾ, ਐਂਡ ਅਦਰ ਲਈ 75 ਤੇ 25 ਦੀ ਰੇਸ਼ੋ। ਠੀਕ ਹੈ ਜੀ, ਇਸ ਤੋਂ ਇਲਾਵਾ ਕੀ ਸੀਗਾ ਜੀ ਫਿਸਕਲ ਰੋਡ ਮੈਪ ਵਾਸਤੇ ਵੀ ਉਹਨਾਂ ਦੁਆਰਾ ਕਾਫੀ ਰਿਕਮੈਂਡੇਸ਼ਨ ਦਿੱਤੀਆਂ ਗਈਆਂ ਸੀਗੀਆਂ। ਜਦੋਂ ਆਪਾਂ ਫਿਸਕਲ ਡੈਫੀਸਿਟ ਦੀ ਗੱਲ ਕਰਦੇ ਹਾਂ ਤਾਂ ਇਹਨਾਂ ਨੇ ਇਹ ਕਿਹਾ ਗਿਆ ਸੀਗਾ ਕਿ ਸੈਂਟਰ ਨੂੰ ਆਪਦਾ ਜਿਹੜਾ ਫਿਸਕਲ ਡੈਫੀਸਿਟ ਆ ਉਹ 4% ਆਫ GDP ਕਰ ਲੈਣਾ ਚਾਹੀਦਾ ਬਾਏ ਫਾਈਨੈਂਸ਼ੀਅਲ ਈਅਰ 2026। ਠੀਕ ਹੈ ਜੀ, ਐਂਡ ਸਟੇਟਸ ਨੂੰ ਇਹ ਕਿਹਾ ਗਿਆ ਸੀਗਾ ਕਿ ਇਹਨਾਂ ਨੇ ਗਲਾਈਡਿੰਗ ਮੈਪ ਵੀ ਦਿੱਤਾ ਦੇਖੋ ਕਿ 2021-22 ਦੇ ਵਿੱਚ 4% ਹੋਣਾ ਚਾਹੀਦਾ। ਠੀਕ ਹੈ ਨਾ, 2022-23 ਤੱਕ 3.5%, 2023 ਤੋਂ 2026 ਦੇ ਵਿਚਾਲੇ ਜਿਹੜਾ 3% ਹੋ ਜਾਣਾ ਚਾਹੀਦਾ। ਦੇਖੋ ਆਹ ਜਿਹੜੀਆਂ ਫਿਗਰਸ ਹੈਗੀਆਂ ਨਾ 4% ਐਂਡ 3% ਇਹ ਤੁਹਾਨੂੰ ਹੂ ਪੇਪਰ 'ਚ ਆ ਸਕਦੀਆਂ, ਤਾਂ ਤੁਸੀਂ ਇਹਨਾਂ ਨੂੰ ਧਿਆਨ ਦੇ ਵਿੱਚ ਰੱਖਣਾ। ਹੁਣ ਦੇਖੋ ਤੁਹਾਡੇ ਮਾਈਂਡ ਦੇ ਵਿੱਚ ਇਹ ਵੀ ਹੋਊਗਾ ਕਿ ਰੈਵਨਿਊ ਡੈਫੀਸ਼ੀਐਂਟ ਗ੍ਰਾਂਟਸ, ਸੈਕਟਰ ਸਪੈਸੀਫਿਕ ਗ੍ਰਾਂਟ ਜਾਂ ਸਟੇਟ ਸਪੈਸੀਫਿਕ ਇਹ ਚੀਜ਼ਾਂ ਕਰਨ ਦੀ ਕਿਉਂ ਲੋੜ ਆ, ਬਿਕੋਜ਼ ਤੁਹਾਨੂੰ ਕੁਐਸਚਨ ਇਸ ਤਰ੍ਹਾਂ ਦਾ ਆ ਸਕਦਾ ਕਿ ਫਾਈਨੈਂਸ ਕਮਿਸ਼ਨ ਦੇ ਦੁਆਰਾ ਕਿਹੜੀਆਂ ਗ੍ਰਾਂਟਸ ਬਾਰੇ ਰਿਕਮੈਂਡੇਸ਼ਨ ਦਿੱਤੀਆਂ ਗਈਆਂ, ਤਾਂ ਤੁਹਾਨੂੰ ਮੰਨ ਲਓ 1 2 3 ਉਹਨਾਂ ਨੇ ਆਪਸ਼ਨ ਦੇ ਦੇਣੀ ਹੈ, ਉਸ ਚੂਜ਼ ਕਰਨ ਨੂੰ ਕਹਿ ਦੇਣਗੇ 1 and 2 ਦੱਸੋ, 2 and 3 ਦੱਸੋ, 3 and 4 ਦੱਸੋ। ਸੋ ਜੇਕਰ ਤੁਸੀਂ ਇਹ ਪੜ੍ਹਿਆ ਹੋਊਗਾ ਕਿ ਹਾਂ ਰੈਵਨਿਊ ਡੈਫੀਸ਼ੀਐਂਟ ਗ੍ਰਾਂਟ ਦਿੱਤੀ ਗਈ ਆ, ਸਟੇਟ ਸਪੈਸੀਫਿਕ ਗ੍ਰਾਂਟ ਬਾਰੇ ਵੀ ਰਿਕਮੈਂਡ ਕੀਤਾ ਗਿਆ, ਲੋਕਲ ਬੋਡੀਜ਼ ਦੀ ਗ੍ਰਾਂਟ ਬਾਰੇ ਵੀ ਰਿਕਮੈਂਡ ਕੀਤਾ ਗਿਆ, ਤਾਂ ਤੁਸੀਂ ਉਸ ਕੁਐਸਚਨ ਨੂੰ ਈਜ਼ੀਲੀ ਅਟੈਂਪਟ ਕਰ ਸਕਦੇ ਹੋ। ਠੀਕ ਹੈ ਨਾ, ਇਸ ਤੋਂ ਇਲਾਵਾ ਇਹਨਾਂ ਨੇ ਇਹ ਕਿਹਾ ਗਿਆ ਸੀਗਾ ਕਿ ਜਿਹੜਾ ਨਿਊ FRBM ਫਰੇਮਵਰਕ ਉਹ ਤਿਆਰ ਕੀਤਾ ਜਾਵੇ। ਠੀਕ ਹੈ ਜੀ, FRBM ਕੀ ਹੈ ਇਹਦੇ ਬਾਰੇ ਵੀ ਆਪਾਂ ਡਿਸਕਸ ਕਰ ਚੁੱਕੇ ਹਾਂ। ਐਂਡ ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਸੀਗਾ ਕਿ ਇਨਕਮ ਟੈਕਸ ਨੂੰ ਇੰਪਰੂਵ ਕਰਨ ਵਾਸਤੇ ਵੀ ਜਿਹੜੇ ਐਫਰਟਸ ਆ ਉਹ ਲੈਣੇ ਚਾਹੀਦੇ ਆ। ਐਂਡ ਇਹ ਵੀ ਕਿਹਾ ਗਿਆ ਸੀਗਾ ਕਿ ਇੰਡੀਪੈਂਡੈਂਟ ਫਿਸਕਲ ਕਾਉਂਸਲ ਹੋਣੀ ਚਾਹੀਦੀ ਹੈ ਜਿਹਦੇ ਉੱਪਰ ਕਿ ਸਰਕਾਰ ਦਾ ਕੋਈ ਵੀ ਦਬਾਅ ਨਹੀਂ ਹੋਣਾ ਚਾਹੀਦਾ। ਠੀਕ ਹੈ ਜੀ, ਸੋ ਇਹ ਸੀਗੇ ਜੀ ਆਪਣੇ ਫਾਈਨੈਂਸ ਕਮਿਸ਼ਨ ਐਂਡ GST ਬਾਰੇ ਡਿਸਕਸ਼ਨ। ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਕਿ ਮੈਂ ਤੁਹਾਨੂੰ ਚੰਗੀ ਤਰ੍ਹਾਂ ਸਮਝਾ ਸਕਾਂ। ਜੇਕਰ ਤੁਹਾਨੂੰ ਫਿਰ ਵੀ ਕੋਈ ਡਾਊਟ ਹੈਗਾ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਮੈਨੂੰ ਪੁੱਛ ਸਕਦੇ ਹੋ। ਠੀਕ ਹੈ ਨਾ, ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਤੁਹਾਡੇ ਹਰੇਕ ਕਮੈਂਟ ਦਾ ਜਵਾਬ ਦੇਵਾਂ। ਐਂਡ ਇੱਕ ਵਾਰ ਮੈਂ ਫਿਰ ਤੁਹਾਨੂੰ ਇਹੀ ਕਹਿਣਾ ਚਾਹੂੰਗਾ ਕਿ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਜੀ। ਠੀਕ ਹੈ ਨਾ, ਤਾਂ ਕਿ ਵੱਧ ਤੋਂ ਵੱਧ ਜਿਹੜੇ ਨੀਡੀ ਬੱਚੇ ਹੈਗੇ, ਨੀਡੀ ਐਸਪੀਰੈਂਟ ਹੈਗੇ ਜੋ ਕੋਚਿੰਗ ਨੂੰ ਅਫੋਰਡ ਨਹੀਂ ਕਰ ਸਕਦੇ ਉਹਨਾਂ ਤੱਕ ਵੀਡੀਓ ਪਹੁੰਚ ਸਕੇ, ਉਹਨਾਂ ਨੂੰ ਵੀ ਫਾਇਦਾ ਹੋ ਸਕੇ, ਉਹ ਵੀ ਆਪਣੇ ਸੁਪਨੇ ਪੂਰੇ ਕਰ ਸਕਣ। ਠੀਕ ਹੈ ਜੀ, ਐਂਡ ਦੇ ਵਿੱਚ ਇਹੀ ਕਹਿਣਾ ਚਾਹੂੰਗਾ ਕਿ ਸਿੱਖਦੇ ਰਹੋ, ਸਿਖਾਉਂਦੇ ਰਹੋ ਐਂਡ ਅੱਗੇ ਵੱਧਦੇ ਰਹੋ। ਥੈਂਕ ਯੂ।